श्लोक महिला चौथा। क्या सवना क्या जागना गुरमुक्ति परवान, जिन्ना सास विरास न विसरै से गुरे पुरख प्रधान। करनी सतगुर पाइयै मन दिन लगै ध्यान, जिनकी संगत मिल रहा दरगा पाई मान। सौंदे बाबा उचरै उठते भी बाखरे ना। हाँ जी बिल्कुल ठीक है। इनू सौदे सौदे पाठ नालों, क्योंकि अगे उठते भी है, इनू असी पाठ सौंदे, सौण तो सतगुरु जी का भाव है सौण तो। सौंदे भी वाह उचरै, सौंदे वाह वाह उचरै, उठते भी वाह करेन जी। सौंदे बाबा उचरै उठते भी बाखरे ना। नानक ते मुख उजले जे नित संभालेन। महिला चौथा। सतगुर सेविया अपना पाइया नाम अपार, भौजल डुबदियां कढ लए अरदास करे दातार। धन धन से शाह हैं जे नाम करें व्यापार, बनजारे सिख आमदे शब्द लंघावन हार। जन नानक जिनको कृपा भई तिन सेविया सिरजनहार। पौड़ी। सच सच्चे के जन भगत हैं, सच सच्चा जिनी आराध्या। जिन गुरमुख खोज टंडेलिया तिन अंदरों ही सच लादिया। जिन गुरमुख खोज टंडोलिया। जिन गुरमुख खोज टंडोलिया तिन अंदरों ही सच लादिया। सच साहिब सच जिनी सेविया, काल कंटक मार तिनी साधिया। सच सच्चा सब नूं वड्डा है, सच सच्चा सेव फलादिया। श्लोक महिला चौथा। मनमुख प्राणी मुग्ध है, नामहीन फरमाए। बिन गुर मनुआ ना टिकै, फिर जूनी पाए। हर प्रभ आप दयाल होए, तां सतगुर मिलिया आए। जन नानक नाम सलाह तूं, जन्म मरण दुख जाए। महिला चौथा। गुर सालाही अपना बहुविध रंग सुभाए। सतगुर सेठी मन रखा रखिया बनत बनाए। जिहवा साला ना रचई हर प्रीतम चित लाए। नानक नामै की मन भुख है, मन तृप्त हर रस खाए। पौड़ी। सच सच्चा कुदरत जानिए, दिन राती जिन बनाइया। सो सच सलाही सदा सदा, सच सच्चे किया वड्याइयां। दोबारा पढ़ियो, बनाइयां पाठ करना पड़ेगा। सच सच्चा कुदरत जानिए, दिन राती जिन बनाइया। सो सच सलाही सदा सदा, सच सच्चे किया वड्याइयां। सलाही सच सलाह सच, सच कीमत किनै ना पाइया। जा मिलिया पूरा सतगुरु, तां हाजर नदरी आईयां। सच गुरमुख जिनी सलाहिया, तिना भुखा सब गवाइयां। श्लोक महिला चौथा। मैं मन तन खोज खोजेंदिया, सो प्रभ लद्दा लोड़। विस्ट गुरु मैं पाया, जिन हर प्रभ दिता जोड़। महला तीजा। माया धारी अत अन्ना बोला, शब्द न सुनई बहु रोल कचोला। हाँ जी बिल्कुल ठीक है।
ਅਤ ਅੰਨਾ ਅਸੀਂ ਨੰਨੇ ਤੇ ਦਬਾ ਦੇ ਕੇ ਇਸ ਨੂੰ ਅਸੀਂ ਬੋਲ ਰਹੇ ਹਾਂ ਅੰਨਾ। ਅਗਲਾ ਉਚਾਰਨ ਬੋਲਾ ਨਹੀਂ, ਬੋਲਾ, ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਔਰ ਜਦੋਂ ਅਸੀਂ ਸਤਿਗੁਰੂ ਜੀ ਦਾ ਇਹ ਵਾਕ ਪੜ੍ਹ ਰਹੇ ਹਾਂ ਤਾਂ ਆਮ ਤੌਰ ਤੇ ਜਦੋਂ ਮਾਇਆ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਆਪਾਂ ਪੜ੍ਹਦੇ ਹਾਂ ਤਾਂ ਸਾਡਾ ਧਿਆਨ ਇੱਕਦਮ ਨੋਟਾਂ ਵੱਲ ਜਾਂਦਾ ਹੈ, ਕਰੰਸੀ ਵੱਲ ਜਾਂਦਾ ਹੈ ਕਿ ਜਿਹਦੇ ਕੋਲ ਪੈਸਾ ਹੈ, ਕਰੰਸੀ ਹੈ, ਇਹ ਮਾਇਆਧਾਰੀ ਸ਼ਬਦ ਤਾਂ ਉਹਦੇ ਲਈ ਆ ਰਿਹਾ ਹੈ। ਬਹੁਤ ਸਾਰੇ ਵਾਕ ਸਤਿਗੁਰੂ ਜੀ ਦੀ ਬਾਣੀ ਦੇ ਆਪਾਂ ਪੜ੍ਹਦੇ ਰਹਿੰਦੇ ਹਾਂ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕਉ ਫਿਰ ਖਾਏ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਅਸੀਂ ਆਮ ਤੌਰ ਤੇ ਮਾਇਆ ਸ਼ਬਦ ਦੇ ਅਰਥ ਆਪਣੇ ਦਿਮਾਗ 'ਚ ਜੋ ਬਿਠਾਏ ਹੋਏ ਆ, ਮਾਇਆ ਸ਼ਬਦ ਪੜ੍ਹਦੇ ਆ ਤੁਰੰਤ ਸਾਡਾ ਧਿਆਨ ਕਰੰਸੀ ਵੱਲ, ਨੋਟਾਂ ਵੱਲ ਚਲੇ ਜਾਂਦਾ ਹੈ। ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋਗੇ ਤਾਂ ਇਕੱਲੇ ਨੋਟ ਹੀ ਮਾਇਆ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਾਇਆ ਸ਼ਬਦ ਦੀ ਜਦੋਂ ਡੈਫੀਨੇਸ਼ਨ ਦਿੱਤੀ ਹੈ, ਪਰਿਭਾਸ਼ਾ ਦਿੱਤੀ ਹੈ, ਤਾਂ ਬੜੀ ਸਪਸ਼ਟ ਔਰ ਬੜੀ ਸੌਖੀ, ਤੇ ਸਾਨੂੰ ਸਾਰਿਆਂ ਨੂੰ ਸੌਖਾ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਉਚਾਰਨ ਕੀਤੀ ਹੋਈ ਆਨੰਦ ਆਪਾਂ ਪੜ੍ਹਦੇ ਹਾਂ ਤਾਂ ਦੇਖੋ ਕਿੰਨਾ ਸਪਸ਼ਟ ਲਿਖਿਆ ਹੋਇਆ, ਇਹ ਮਾਇਆ ਜਿਤ ਹਾਰ ਵਿਸਰੈ। ਜਿਤ ਹਾਰ ਵਿਸਰੈ, ਜਿਤ ਜਿਸ ਨਾਲ, ਜਿਹੜੀ ਚੀਜ਼ ਨਾਲ ਰੱਬ ਵਿਸਰਦਾ ਹੈ ਨਾ, ਉਹ ਹਰ ਚੀਜ਼ ਹੀ ਮਾਇਆ ਹੈ। ਉਹ ਹਰ ਚੀਜ਼ ਹੀ ਮਾਇਆ ਹੈ। ਇਹਨੂੰ ਸੌਖੇ ਸ਼ਬਦਾਂ 'ਚ ਕਰ ਲਓ, ਸਾਡੇ ਅਤੇ ਸਤਿਗੁਰੂ ਦੇ ਦਰਮਿਆਨ ਜਿਹੜੀ ਚੀਜ਼ ਵਿੱਥ ਪਾ ਰਹੀ ਹੈ ਉਹ ਹਰ ਚੀਜ਼ ਮਾਇਆ ਹੈ। ਸਾਡੇ ਅਤੇ ਸਤਿਗੁਰੂ ਜੀ ਦੇ ਦਰਮਿਆਨ ਜਿਹੜੀ ਚੀਜ਼ ਫਰਕ ਪਾ ਰਹੀ ਹੈ ਉਹ ਹਰ ਚੀਜ਼ ਮਾਇਆ ਹੈ। ਉਹ ਕੁਝ ਵੀ ਹੋ ਸਕਦਾ ਹੈ, ਛੋਟੀ ਤੋਂ ਛੋਟੀ ਚੀਜ਼ ਔਰ ਵੱਡੇ ਤੋਂ ਵੱਡੀ ਕੋਈ ਨਾ ਕੋਈ ਚੀਜ਼, ਕੁਝ ਵੀ ਹੋ ਸਕਦਾ ਹੈ। ਔਰ ਸਤਿਗੁਰੂ ਜੀ ਨੇ ਇਕੱਲੀ ਕਰੰਸੀ ਨੂੰ ਹੀ ਮਾਇਆ ਨਹੀਂ, ਜੇ ਮੰਨ ਲਓ ਨੋਟ ਵੀ ਸਾਡੇ 'ਚ ਵਿਘਨ ਪਾ ਰਹੇ ਆ ਤਾਂ ਉਹ ਵੀ ਮਾਇਆ। ਜੇ ਸਾਡੇ ਦਰਮਿਆਨ, ਸਤਿਗੁਰੂ ਦੇ ਦਰਮਿਆਨ ਵਿੱਥ ਪੈ ਰਹੀ ਹੈ, ਧੀਆਂ ਪੁੱਤਰਾਂ ਕਰਕੇ, ਔਲਾਦ ਪਰਿਵਾਰ ਕਰਕੇ, ਕਿਸੇ ਕਾਰੋਬਾਰ ਕਰਕੇ, ਕੰਮ ਕਰਕੇ, ਤਾਂ ਉਹ ਹਰ ਚੀਜ਼ ਹੀ ਮਾਇਆ ਹੈ। ਜਿਹੜੀ ਚੀਜ਼ ਸਾਡੇ ਰਸਤੇ 'ਚ ਰੁਕਾਵਟ ਬਣਦੀ ਉਹ ਹਰ ਚੀਜ਼ ਮਾਇਆ। ਮਾਇਆ ਕਿਸ ਨੂੰ ਆਖੀ ਹੈ? ਕਿਹਨੂੰ ਆਖੀ ਹੈ ਮਾਇਆ? ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਆ ਮਾਇਆ, ਇਹਨੂੰ ਮਾਇਆ ਕਹਿੰਦੇ ਨੇ। ਔਰ ਜਿਹੜਾ ਸਤਿਗੁਰੂ ਜੀ ਦਾ ਵਾਕ ਅਸੀਂ ਪੜ੍ਹ ਰਹੇ ਹਾਂ ਕਿੰਨਾ ਸਪਸ਼ਟ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ, ਬੁਰਾਈਆਂ ਨਾਲ ਭਰਿਆ ਹੋਇਆ, ਔਗਣਾਂ ਨਾਲ ਭਰਿਆ ਹੋਇਆ ਵਿਅਕਤੀ, ਜਿਨੇ ਬੁਰਾਈਆਂ ਧਾਰਨ ਕੀਤੀਆਂ ਹੋਈਆਂ, ਔਗਣ ਧਾਰਨ ਕੀਤੇ ਹੋਏ ਆ, ਮਾਇਆ ਧਾਰੀ। ਜਿਨੇ ਔਗਣ, ਵਿਕਾਰ, ਬੁਰਾਈਆਂ ਧਾਰਨ ਕੀਤੇ ਹੋਏ, ਭਰੇ ਹੋਏ ਆਪਣੇ 'ਚ। ਅਤ ਅੰਨਾ ਬੋਲਾ, ਥੋੜਾ ਨਹੀਂ, ਇੱਕ ਹੈ ਕਿ ਕੰਨ ਦੇ ਨੇੜੇ ਹੋ ਕੇ ਥੋੜੀ ਜੀ ਆਵਾਜ਼ ਮਾਰੋ ਸੁਣ ਜਾਂਦੀ ਆ।
ਇਹ ਕਿਹਾ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਓ ਸੁਣਦਾ ਹੀ ਕੱਖ ਨਹੀਂ। ਅੱਤ ਅੰਨਾ ਬੋਲਾ, ਅੱਤ ਦਾ ਅੰਨਾ, ਅੱਤ ਦਾ ਬੋਲਾ। ਮਹਾਰਾਜ ਕਹਿੰਦੇ ਐਸਾ ਬੰਦਾ ਸ਼ਬਦ ਨਾ ਸੁਣਈ, ਬਹੁ ਰੋਲ ਕਚੋਲਾ। ਔਗਣਾਂ ਨਾਲ, ਬੁਰਾਈਆਂ ਨਾਲ ਭਰਿਆ ਹੋਇਆ ਬੰਦਾ ਗੁਰੂ ਦਾ ਸ਼ਬਦ ਨਹੀਂ ਸੁਣਦਾ। ਕਿਉਂ? ਕਿਉਂਕਿ ਅੰਦਰ ਭਰਿਆ ਹੀ ਇਹ ਸਾਰਾ ਕੁਛ ਹੈ। ਬਹੁਤ ਰੋਲ ਘਚੋਲਾ, ਉਹ ਰੋਲ ਘਚੋਲੇ ਦੇ ਉੱਤੇ ਹੀ ਲੱਗੇ ਰਹਿੰਦੇ ਆ, ਰੋਲ ਘਚੋਲੇ ਤੇ ਹੀ ਧਿਆਨ ਦਿੰਦਾ ਹੈ। ਰੋਲ ਘਚੋਲੇ ਤੋਂ ਇਲਾਵਾ ਉਹਦਾ ਹੋਰ ਕੋਈ ਵੀ ਜੀਵਨ ਮਨੋਰਥ ਨਹੀਂ ਆ। ਇੱਕ ਬੇਨਤੀ ਹੋਰ ਕਰਦਾ, ਸਤਿਗੁਰੂ ਜੀ ਨੇ ਕਿੰਨਾ ਸਪਸ਼ਟ ਕਿਹਾ, ਸ਼ਬਦ ਨਾ ਸੁਣਈ। ਸ਼ਬਦ ਨਹੀਂ ਸੁਣਦਾ, ਰੋਲ ਘਚੋਲਾ। ਕਿਸੇ ਨਾਲ ਧੋਖਾ ਕਰ ਲਿਆ, ਠੱਗੀ ਮਾਰ ਲਈ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਕੋਈ ਨਾ ਕੋਈ ਤਰੀਕਾ ਅਪਣਾ ਹੀ ਛੱਡਦਾ। ਸ਼ਬਦ ਨਹੀਂ ਸੁਣਦਾ ਤਾਂ ਰੋਲ ਘਚੋਲਾ ਕਰਦਾ ਹੈ ਨਾ। ਸ਼ਬਦ ਨਹੀਂ ਸੁਣਦਾ ਇਸ ਕਰਕੇ ਅੰਨਾ ਬੋਲਾ ਹੈ ਨਾ। ਨਾ ਅੱਖਾਂ ਨਾਲ ਪੜ੍ਹਦਾ ਹੈ, ਨਾ ਕੰਨਾਂ ਨਾਲ ਸੁਣਦਾ ਹੈ। ਪਰ ਧਿਆਨ ਦਿਓ, ਜਿਹੜੀ ਗੱਲ ਮੈਂ ਕਰਨ ਲੱਗਿਆ ਸਾਂ, ਜੇ ਸਤਿਗੁਰੂ ਦਾ ਸ਼ਬਦ ਸੁਣਿਆ ਜਾਏ ਤੇ ਸਾਡਾ ਰੋਲ ਘਚੋਲਾ ਮੁੱਕਦਾ ਹੈ। ਸਾਡੇ ਜੀਵਨ ਦਾ ਜਿਹੜਾ ਰੋਲ ਘਚੋਲਾ ਹੈ ਨਾ, ਇਹ ਮੁੱਕਦਾ ਹੈ, ਇਹ ਖਤਮ ਹੋ ਜਾਂਦਾ ਜੇ ਸ਼ਬਦ ਸੁਣਿਆ ਜਾਏ। ਸ਼ਬਦ ਦੀ ਇੰਨੀ ਵੱਡੀ ਬਰਕਤ ਹੈ, ਰੋਲ ਘਚੋਲਾ ਸਾਡੇ ਜੀਵਨ ਦਾ ਮੁੱਕਦਾ ਹੈ। ਖਿਮਾ ਕਰਿਓ, ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਅਸੀਂ ਆਪਣੇ ਜੀਵਨ ਦਾ, ਆਪਣੇ ਘਰਾਂ ਦਾ, ਆਪਣੇ ਸਮਾਜ ਦਾ ਰੋਲ ਘਚੋਲਾ ਖਤਮ ਕਰਨਾ ਸੀ, ਪਰ ਉਲਟਾ ਕੰਮ ਹੋ ਗਿਆ। ਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ, ਪੜ੍ਹਿਆ ਨਹੀਂ, ਧਿਆਨ ਦਿੱਤਾ ਨਹੀਂ, ਔਰ ਹੋਇਆ ਕੀ ਹੈ? ਜਿੰਨਾ ਸਮਾਜ ਦਾ, ਘਰਾਂ ਦਾ, ਸਾਡੇ ਮਨਾਂ ਦਾ ਰੋਲ ਘਚੋਲਾ ਸੀ, ਅੱਜ ਅਸੀਂ ਉਹ ਗੁਰਦੁਆਰਿਆਂ 'ਚ ਚੁੱਕ ਲਿਆਏ ਹਾਂ। ਅੱਜ ਉਹ ਰੋਲ ਘਚੋਲਾ ਸਾਡੇ ਗੁਰਦੁਆਰਿਆਂ 'ਚ ਵੀ ਨਜ਼ਰ ਆਉਣ ਲੱਗ ਗਿਆ, ਜਦ ਕਿ ਗੁਰੂ ਦੇ ਸ਼ਬਦ ਨੇ ਸਾਡੇ ਘਰਾਂ 'ਚੋਂ, ਸਾਡੇ ਸਮਾਜ 'ਚੋਂ, ਸਾਡੇ ਜੀਵਨ 'ਚੋਂ ਇਹ ਰੋਲ ਘਚੋਲਾ ਖਤਮ ਕਰਨਾ ਹੈ। ਪਰ ਸ਼ਬਦ ਨਹੀਂ ਸੁਣਿਆ, ਅਸੀਂ ਸਮਾਜ ਦਾ, ਘਰਾਂ ਦਾ, ਆਪਣੇ ਮਨਾਂ ਦਾ ਰੋਲ ਘਚੋਲਾ ਸਾਰਾ ਹੀ ਗੁਰਦੁਆਰਿਆਂ 'ਚ ਲੈ ਆਏ। ਤੁਸੀਂ ਵੇਖ ਸਕਦੇ ਹੋ ਗੁਰਦੁਆਰਿਆਂ ਦੇ ਅੰਦਰ ਹੁੰਦੀਆਂ ਲੜਾਈਆਂ, ਗੁਰਦੁਆਰਿਆਂ ਦੇ ਅੰਦਰ ਪਸਰ ਰਹੀ ਮਨਮਤ, ਗੁਰਦੁਆਰਿਆਂ ਦੇ ਅੰਦਰ ਚੱਲ ਰਿਹਾ ਵੱਡੇ ਪੱਧਰ ਤੇ ਪਖੰਡ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੂਜੀਆਂ ਜਾ ਰਹੀਆਂ ਤਸਵੀਰਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਕਿ ਗੁਰਮਤ ਨਾਲ ਮੇਲ ਹੀ ਨਹੀਂ ਖਾਂਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਅਸੀਂ ਗੁਰਦੁਆਰਿਆਂ 'ਚ ਲਿਆ ਕੇ ਆਪਣੇ ਬਿਠਾ ਲਈਆਂ, ਲਾਗੂ ਕਰ ਲਈਆਂ, ਉਹਨਾਂ ਨੂੰ ਮਰਜ਼ਾਦਾ ਦਾ ਨਾਂ ਦੇ ਲਿਆ, ਉਹਨਾਂ ਨੂੰ ਅਸੀਂ ਆਪਣੇ ਸਮਾਜ ਦੇ ਰੱਖ ਰਖਾਅ ਦਾ ਨਾਂ ਦੇ ਲਿਆ ਵੀ ਇਹ ਸਮਾਜ ਦੀਆਂ ਰੀਤਾਂ ਹੈ ਜੀ, ਚੱਲਦਾ ਹੈ ਜੀ। ਔਰ ਭਲਾ ਹੋਵੇ ਉਹਨਾਂ ਸਿਆਣੇ ਲੋਕਾਂ ਦਾ, ਸਮਾਜ ਵਿੱਚ ਰਹਿੰਦੇ ਉਹਨਾਂ ਭਲੇ ਲੋਕਾਂ ਦਾ, ਜਿਨ੍ਹਾਂ ਨੇ ਥੋੜਾ ਜਿਹਾ ਉਦਮ ਕਰਕੇ ਜ਼ੋਰ ਮਾਰਿਆ, ਨਹੀਂ ਤੇ ਗੁਰਦੁਆਰਿਆਂ ਦੇ ਅੰਦਰ ਯੋਗਾ ਵੜ ਗਿਆ ਸੀ। ਪਾਰਕਾਂ 'ਚੋਂ ਤੁਰਦਾ ਤੁਰਦਾ ਗੁਰਦੁਆਰਿਆਂ 'ਚ ਆ ਵੜਿਆ। ਕੀਰਤਨ ਦੀ ਜਗ੍ਹਾ ਤੇ, ਸ਼ਬਦ ਦੀ ਜਗ੍ਹਾ, ਵਿਚਾਰ ਦੀ ਜਗ੍ਹਾ ਤੇ, ਪਾਠ ਦੀ ਜਗ੍ਹਾ ਤੇ ਗੁਰਦੁਆਰਿਆਂ 'ਚ ਯੋਗਾ। ਮੈਂ ਕੱਲ ਹੀ ਇੱਕ ਵੇਖ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ, ਉੱਥੇ ਕਿਸੇ ਗਾਉਣ ਵਾਲੇ ਨੂੰ ਲਾ ਕੇ, ਕੱਲ ਪਰਸੋਂ ਦਾ ਕੋਈ ਮੁੱਦਾ ਕਿਸੇ ਥਾਂ ਦਾ ਆਇਆ, ਉੱਥੇ ਗਾਉਣ ਵਾਲਾ ਲਾਇਆ ਹੋਇਆ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਮੇਲਾ ਮਨਾਇਆ ਜਾ ਰਿਹਾ ਔਰ ਗਾਉਣ ਵਾਲਾ ਗਾਉਣ ਗਾ ਰਿਹਾ ਉੱਥੇ। ਔਰ ਜੇ ਇਹ ਰਾਹ ਚੱਲਦਾ ਰਿਹਾ, ਜੇ ਰਾਹ ਖੁੱਲਾ ਰਿਹਾ, ਤਾਂ ਕਿੱਧਰ ਨੂੰ ਜਾਏਗਾ ਤੇ ਕੀ ਹੋਏਗਾ ਸਾਨੂੰ ਦਿਸ ਰਿਹਾ ਨਾ। ਇਹ ਸਾਰੀਆਂ ਅਲਾਮਤਾਂ ਜਿੰਨੀਆਂ ਸਾਡੇ ਆਲੇ ਦੁਆਲੇ ਆ ਰਹੀਆਂ, ਆਖਰ ਉਹਦਾ ਇੱਕੋ ਹੀ ਕਾਰਨ ਹੈ,
ਸਤਿਗੁਰੂ ਦੇ ਸ਼ਬਦ ਦੀ ਸਿੱਖਿਆ ਤੋਂ ਅਣਜਾਣ ਹਾਂ, ਨਾ ਸੁਣਿਆ ਨਾ ਪੜ੍ਹਿਆ। ਔਰ ਇਹੋ ਜਿਹੇ ਬੰਦਿਆਂ ਨੂੰ ਜੇ ਤੁਸੀਂ ਗੱਲ ਕਰਕੇ ਦੇਖੋਗੇ, ਇਹ ਬੰਦੇ ਹਮੇਸ਼ਾ ਇਹ ਕਹਿਣਗੇ, ਨਹੀਂ ਜੀ ਅਸੀਂ ਤਾਂ ਪਾਠ ਸੁਣਦੇ ਹਾਂ ਜੀ, ਨਹੀਂ ਜੀ ਅਸੀਂ ਤਾਂ ਪਾਠ ਕਰਦੇ ਹਾਂ ਜੀ। ਸਿਰਫ ਇਹਨਾਂ ਨੇ ਅੱਖਾਂ ਘੁਮਾਈਆਂ ਜਾਂ ਸਿਰ ਹਿਲਾਇਆ, ਇਹਨਾਂ ਨੇ ਨਾ ਪੜ੍ਹਿਆ ਤੇ ਨਾ ਸੁਣਿਆ। ਕਿਉਂਕਿ ਜਿਹਨੂੰ ਇਹ ਪੜ੍ਹਨਾ ਤੇ ਸੁਣਨਾ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨੂੰ ਪੜ੍ਹਨਾ ਸੁਣਨਾ ਨਹੀਂ ਕਹਿੰਦੀ। ਪੜ੍ਹਨ ਸੁਣਨ ਦਾ ਮਤਲਬ ਹੈ ਆਪਣੀ ਸੋਚ ਵਿੱਚ ਉਸ ਚੀਜ਼ ਨੂੰ ਸ਼ਾਮਲ ਕਰਦੇ ਜਾਣਾ। ਔਰ ਜਿਹੜੀ ਚੀਜ਼ ਤੁਹਾਡੇ ਸੁਭਾਅ ਦਾ ਅੰਗ ਨਹੀਂ ਬਣ ਰਹੀ, ਉਹ ਤਾਂ ਬਾਂਸ ਬਜਾਈਏ ਫੂਕ ਵਾਲਾ ਹਾਲ ਹੈ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ। ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਜਿਨ੍ਹਾਂ ਦੇ ਹਿਰਦੇ 'ਚ ਭਾਉ ਦੂਜਾ ਆ ਨਾ, ਉਹਨਾਂ ਦਾ ਕਾਹਦਾ ਜਪ, ਕਾਹਦਾ ਤਪ, ਕਾਹਦੀ ਉਹਨਾਂ ਦੀ ਇਹ ਸਾਰੀ ਨੇਮ ਨਿਯਮਾਵਲੀ ਕੁਛ ਨਹੀਂ ਹੈ। ਸਤਿਗੁਰੂ ਨੇ ਉਹਨਾਂ ਦਾ ਗਾਉਣਾ, ਪੜ੍ਹਨਾ, ਸੁਣਨਾ ਸਭ ਇੱਕ ਪਾਸੇ ਕਰ ਦਿੱਤਾ। ਨਹੀਂ, ਇਹ ਐਵੇਂ ਹੀ ਕੂੜੀ ਕੂੜੀ ਅੱਖੀਂ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਇਹ ਝੂਠੀ ਮਿੱਠੀ ਝੂਠੀਆਂ ਝੂਠੀਆਂ ਅੱਖਾਂ ਮੀਟਦੇ ਨੇ, ਇਹ ਵੇਖਾ ਵੇਖੀ ਅੱਖਾਂ ਮੀਟਦੇ ਨੇ। ਤੋ ਸਤਿਗੁਰੂ ਨੇ ਜਦੋਂ ਇਹ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ, ਬੜੇ ਧਿਆਨ ਨਾਲ ਸਹਿਜ ਨਾਲ ਆਪਣੇ ਮਨ 'ਚ ਟਿਕਾਉਣ ਦਾ ਅਸੀਂ ਯਤਨ ਕਰੀਏ। ਮਾਇਆ ਧਾਰੀ ਅਤ ਅੰਨਾ ਬੋਲਾ, ਤੇ ਮਾਇਆ ਧਾਰੀ ਦਾ ਅਰਥ ਕੱਲਾ ਕਰੰਸੀ ਨੋਟਾਂ ਵਾਲਾ ਨਹੀਂ। ਮਾਇਆ ਧਾਰੀ ਦਾ ਅਰਥ ਹੈ ਔਗਣਾ ਬੁਰਾਈਆਂ ਨਾਲ ਭਰਿਆ ਹੋਇਆ ਉਹ ਮਨੁੱਖ ਜਿਹੜਾ ਹਮੇਸ਼ਾ ਸਤਿਗੁਰੂ ਤੋਂ ਦੂਰੀ ਬਣਾ ਕੇ ਬੈਠਾ ਹੈ, ਸਤਿਗੁਰੂ ਦੇ ਨਾਲ ਚੱਲਣ ਲਈ ਤਿਆਰ ਨਹੀਂ, ਗੁਰੂ ਦਾ ਸ਼ਬਦ ਵੀ ਨਹੀਂ ਸੁਣਦਾ। ਇਹ ਅੰਨਾ ਵੀ ਹੈ, ਇਹ ਬੋਲਾ ਵੀ ਹੈ। ਤਾਂ ਜਿੱਥੇ ਮਾਇਆ ਦੀ ਪਰਿਭਾਸ਼ਾ ਚੇਤੇ ਰੱਖਣੀ ਆ, ਉੱਥੇ ਨਾਲ ਇਹ ਵੀ ਚੇਤੇ ਰੱਖਣਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਜਿਹੜਾ ਰੋਲ ਘਚੋਲਾ ਸਾਡੇ ਜੀਵਨ 'ਚ, ਸਾਡੇ ਘਰਾਂ 'ਚ, ਸਾਡੇ ਸਮਾਜ ਵਿੱਚ ਹੈ, ਉਹ ਬਣਿਆ ਹੀ ਰਹੇਗਾ। ਜੇ ਗੁਰੂ ਦਾ ਸ਼ਬਦ ਜੀਵਨ ਵਿੱਚ ਆਏਗਾ ਤਾਂ ਯਕੀਨਨ ਇਹ ਰੋਲ ਘਚੋਲਾ ਸਾਡੇ ਸਮਾਜ ਦਾ ਵੀ, ਸਾਡੇ ਘਰਾਂ ਦਾ ਵੀ, ਸਾਡੇ ਜੀਵਨ ਦਾ ਵੀ ਮੁੱਕ ਜਾਏਗਾ, ਖਤਮ ਹੋ ਜਾਏਗਾ। ਫਿਰ ਗੁਰੂ ਦੇ ਸ਼ਬਦ ਦਾ ਹੀ ਪ੍ਰਕਾਸ਼ ਰਹੇਗਾ। ਹਾਂਜੀ। ਮਹਿਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਭਜਦਾ ਜੰਤ ਬਜਾਇਆ। ਪੌੜੀ। ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿੱਚ ਗਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ। ਤੂੰ ਘਟ ਘਟ ਏਕ ਵਰਤਦਾ, ਸਚ ਸਾਹਿਬ ਚਲਤੈ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਸ਼ਲੋਕ ਮਹਿਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿਤ। ਕਿਉ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਭ ਵਸ। ਜਿਉ ਭਾਵੈ ਤਿਉ ਰਖ ਤੂੰ, ਜਨ ਨਾਨਕ ਨਾਮ ਬਖਸ਼। ਮਹਿਲਾ ਤੀਜਾ। ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੈ ਖਿਨ ਪੀਛੈ। ਸਦਾ ਬੁਲਾਈਐ ਮਹਿਲ ਨ ਆਵੈ, ਕਿਉ ਕਰ ਦਰਗਾ ਸੀਜੈ। ਵਾਹ। ਸਤਿਗੁਰ ਕਾ ਮਹਿਲ ਬਿਰਲਾ ਜਾਣੈ, ਸਦਾ ਰਹਿ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ। ਪੌੜੀ।
सा सेवा की सफल है, जित सतगुर का मन मने। जा सतगुर का मन मनिया, ता पाप कसमल भन्ने। ਹਾਂਜੀ, ਪੌੜੀ ਨੰਬਰ 25। ਲਗਭਗ ਸਾਡੇ ਯਾਦ ਵੀ ਹੈ, ਅਸੀਂ ਆਮ ਤੌਰ ਤੇ ਹੀ ਬੋਲਦੇ ਰਹਿੰਦੇ ਹਾਂ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਗੁਰ ਕਾ ਮਨ ਮੰਨੇ। ਸਾ ਉਹ ਪ੍ਰਨਾਉਨ ਚ ਵਰਤਿਆ ਹੈ। ਸਾ ਉਹ ਸੇਵਾ, ਉਹ ਸੇਵਾ ਕੀਤੀ ਹੋਈ ਸਫਲ ਹੈ, ਫਲਦਾਇਕ ਹੈ। ਜਿਤ ਜਿਸ ਨਾਲ, ਜਿਸ ਕਰਕੇ ਸਤਿਗੁਰੂ ਦਾ ਮਨ ਮੰਨ ਜਾਏ। ਸਤਿਗੁਰੂ ਦਾ ਮਨ ਸੇਵਾ ਕੀਤਿਆਂ ਮੰਨ ਜਾਏ, ਸੇਵਾ ਸਫਲ ਹੈ। ਪਰ ਕਿੱਦਾਂ ਪਤਾ ਲੱਗੇ ਸਤਿਗੁਰੂ ਦਾ ਮਨ ਮੰਨਿਆ ਕਿ ਨਹੀਂ ਮੰਨਿਆ? ਸਾਡੀ ਸੇਵਾ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਈ ਕਿ ਨਹੀਂ ਹੋਈ, ਕਿੱਦਾਂ ਪਤਾ ਲੱਗੇ? ਕਿੱਥੋਂ ਪਤਾ ਲੱਗੇ? ਕਿਵੇਂ ਪਤਾ ਲੱਗੇ? ਔਰ ਬੜਾ ਸੌਖਾ, ਸਤਿਗੁਰੂ ਨੇ ਕੋਈ ਵੀ ਇਦਾਂ ਦੀ ਚੀਜ਼ ਸਾਡੇ ਤੇ ਨਹੀਂ ਛੱਡੀ ਕਿ ਅਸੀਂ ਉੱਤਰ ਉਹਦਾ ਲੱਭੀਏ, ਫਿਰ ਦੇਖੀਏ ਕਿੱਥੋਂ ਆਏਗਾ, ਕਿਵੇਂ ਆਏਗਾ, ਕੀ ਉੱਤਰ ਬਣੇਗਾ। ਸਤਿਗੁਰੂ ਨੇ ਬੜੀ ਮਿਹਰ ਕੀਤੀ ਔਰ ਉੱਤਰ ਵੀ ਨਾਲ ਹੀ ਦਿੱਤੇ। ਮਹਾਰਾਜ ਕਹਿੰਦੇ ਜੇ ਸਤਿਗੁਰੂ ਦੀ ਸੇਵਾ ਕਰਦਿਆਂ ਸਤਿਗੁਰੂ ਦਾ ਮਨ ਮੰਨ ਜਾਏ ਤੇ ਸੇਵਾ ਸਫਲ। ਪਰ ਸਤਿਗੁਰੂ ਦੇ ਮਨ ਮੰਨਣ ਦਾ ਫੈਸਲਾ ਕਿੱਥੋਂ ਹੋਵੇ, ਕਿਵੇਂ ਹੋਵੇ, ਕਿੱਦਾਂ ਪਤਾ ਲੱਗੇ? ਕਹਿੰਦੇ ਉਹ ਮੀਟਰ ਵੀ ਤੇਰੇ ਕੋਲ ਹੀ ਹੈ। ਸੇਵਾ ਕਰਨ ਵਾਲਿਆ, ਉਹ ਮੀਟਰ ਵੀ ਤੇਰੇ ਕੋਲ ਹੀ ਹੈ। ਕਿੱਦਾਂ? ਸਤਿਗੁਰੂ ਦੀ ਨਦਰ ਦਾ ਪਾਤਰ ਬਣਦਾ ਹੋਇਆ ਇਸ ਗੱਲ ਦਾ ਧਿਆਨ ਰੱਖ, ਤੇਰੇ ਜੀਵਨ ਚੋਂ ਜੇ ਪਾਪ ਘਟਣੇ ਸ਼ੁਰੂ ਹੋਏ, ਬੁਰਾਈ ਘਟਣੀ ਸ਼ੁਰੂ ਹੋਈ, ਤੇਰੇ ਔਗਣ ਘਟਣੇ ਸ਼ੁਰੂ ਹੋਏ, ਤੇ ਸਮਝ ਲੈ ਸਤਿਗੁਰੂ ਦਾ ਮਨ ਮੰਨ ਰਿਹਾ। ਅਗਲੀ ਲਾਈਨ ਦੇਖ ਲਓ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਤੇ ਪਾਪ ਕਸਮਲ ਹੈ ਕਿੱਥੇ? ਸਾਡੇ ਜੀਵਨ ਚ। ਜਿੰਨਾ ਜਿੰਨਾ ਸਤਿਗੁਰੂ ਦਾ ਮਨ ਮੰਨਦਾ ਗਿਆ, ਸਮਝ ਲਓ ਸਾਡੇ ਪਾਪ ਓਨੇ ਓਨੇ ਨਾਲ ਨਾਲ ਘਟਦੇ ਗਏ। ਇਦਾਂ ਕਹਿ ਲਈਏ, ਜਿੰਨੇ ਕੁ ਸਾਡੇ ਪਾਪ ਘਟੇ, ਜਿੰਨਾ ਕੁ ਸਾਡੇ ਚ ਸੁਧਾਰ ਹੋਇਆ, ਓਨਾ ਕੁ ਸਤਿਗੁਰੂ ਦਾ ਮਨ ਮੰਨ ਗਿਆ, ਸਮਝ ਲਓ। ਯਾਨੀ ਕਿ ਸਤਿਗੁਰੂ ਜੀ ਦਾ ਮਨ ਮੰਨਣ ਦਾ ਮੀਟਰ ਵੀ ਸਾਡੇ ਕੋਲ ਹੀ ਹੈ, ਸਾਡੇ ਜੀਵਨ 'ਚ ਹੀ ਹੈ। ਜਿੰਨਾ ਜਿੰਨਾ ਅਸੀਂ ਮੰਨਦੇ ਗਏ, ਸਾਡਾ ਸੁਧਾਰ ਹੁੰਦਾ ਗਿਆ। ਜਿੰਨਾ ਕੁ ਸੁਧਾਰ ਹੋਇਆ, ਅਸੀਂ ਓਨਾ ਕੁ ਸਮਝ ਲਈਏ ਸਤਿਗੁਰੂ ਦੇ ਮਨ ਮੰਨਣ ਵਾਲੀ ਬਾਤ ਸਾਡੇ ਤੇ ਆ ਗਈ। ਔਰ ਆਪਾਂ ਉਦਣ ਵੀ ਸਾਂਝਾ ਕੀਤਾ ਸੀ, ਬੰਦੇ ਖੋਜ ਦਿਲ, ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਦੀ ਖੋਜ, ਆਪਣੇ ਦਿਲ ਦੀ ਖੋਜ, ਆਪਣੇ ਹਿਰਦੇ ਦੀ ਖੋਜ ਕਰਦਾ ਰਿਹਾ ਕਰ। ਬਾਹਰੋਂ ਅੰਦਰੋਂ ਅਸੀਂ ਆਪਣਾ ਘਰ, ਆਪਣਾ ਸਾਜੋ ਸਮਾਨ ਅਸੀਂ ਝਾੜਦੇ ਪੂੰਝਦੇ ਰਹਿੰਦੇ ਆ, ਸਾਫ ਸਫਾਈ ਕਰਦੇ ਰਹਿੰਦੇ ਆ, ਹਰ ਚੀਜ਼ ਟਿਕਾਣੇ ਸਿਰ ਕਰਦੇ ਰਹਿੰਦੇ ਆ। ਸਤਿਗੁਰੂ ਕਹਿੰਦੇ ਆਪਣਾ ਅੰਦਰਲਾ ਹਿੱਸਾ ਵੀ ਕਦੀ ਸਾਫ ਤੇ ਟਿਕਾਣੇ ਸਿਰ ਕਰ ਲਿਆ ਕਰ। ਬਥੇਰਾ ਖਲਾਰਾ ਪਿਆ ਹੋਇਆ, ਇਹਨਾਂ ਨੂੰ ਵੀ ਥਾਂ ਥਾਂ ਹੀ ਰੱਖਣਾ, ਇਹ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ ਹੈ। ਔਰ ਬਹੁਤ ਕਮਾਲ ਕੀਤੀ ਮਹਾਰਾਜ ਨੇ। ਸਤਿਗੁਰੂ ਦੇ ਮਨ ਮੰਨਣ ਦੀ ਗੱਲ ਕੀਤੀ, ਤੇ ਮਨ ਮੰਨਣ ਦੀ ਗੱਲ ਕਰਦਿਆਂ ਸਤਿਗੁਰੂ ਨੇ ਆਖਿਆ, ਜੇ ਵੇਖਣਾ ਮਨ ਮੰਨਿਆ ਤੇ ਆਪਣੇ ਜੀਵਨ ਚੋਂ ਭੱਜਦੇ ਹੋਏ, ਟੁੱਟਦੇ ਹੋਏ ਪਾਪ ਕਸਮਲ ਵੇਖ ਕਿੰਨੇ ਕੁ ਟੁੱਟੇ ਆ। ਜੇ ਤੇ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਸਮਝ ਲਓ ਕਿ ਸਤਿਗੁਰੂ ਦੇ ਮਨ ਮੰਨਣ ਵਾਲੀ ਗੱਲ ਸ਼ੁਰੂ ਹੋ ਗਈ। ਮੈਂ ਹੋਰ ਤੁਹਾਡੇ ਸਾਹਮਣੇ ਰੱਖਦਾ, ਸਤਿਗੁਰੂ ਅਕਾਲ ਪੁਰਖ ਜੀ ਨੂੰ ਮਿਲਣ ਦੀਆਂ ਗੱਲਾਂ ਕਰਦੇ ਆਂ ਵੀ ਰੱਬ ਨੂੰ ਮਿਲਣਾ, ਰੱਬ ਨੂੰ ਮਿਲਿਆ ਜਾਏ, ਰੱਬ ਨਾਲ ਸਾਂਝ ਬਣੇ। ਅਸੀਂ ਸਾਰੇ ਦਾਅਵਾ ਕਰ ਸਕਦੇ, ਮੈਂ ਵੀ ਦਾਅਵਾ ਕਰ ਸਕਦਾ, ਬੜੇ ਦਾਅਵੇ ਵਾਲੇ ਸਾਡੇ ਸਮਾਜ ਵਿੱਚ ਵੀ ਮੌਜੂਦ ਨੇ।
ਮੈਂ ਰੱਬ ਨੂੰ ਮਿਲ ਲਿਆ, ਇਹ ਰੱਬ ਨੂੰ ਮਿਲ ਗਿਆ, ਫਲਾਨਾ ਪਹੁੰਚ ਗਿਆ, ਟਿਮਕੜੇ ਦੀ ਸਾਂਝ ਬਣ ਗਈ, ਉਹਨੇ ਰੱਬ ਵੇਖ ਲਿਆ, ਇਹਨੇ ਵੇਖ ਲਿਆ। ਇਹ ਗੱਲਾਂ ਚੱਲਦੀਆਂ ਰਹੀਆਂ, ਸ਼ਾਇਦ ਅੱਗੇ ਵੀ ਚੱਲਦੀਆਂ ਰਹਿਣ। ਪਰ ਰੱਬ ਨੂੰ ਕੌਣ ਮਿਲਿਆ, ਕਿਵੇਂ ਮਿਲਿਆ, ਸਤਿਗੁਰੂ ਨੇ ਬੜਾ ਹੀ ਸੌਖਾ ਦੱਸਿਆ। ਔਰ ਇਦਾਂ ਸੌਖਾ ਦੱਸਿਆ ਜਿਵੇਂ ਅਸੀਂ ਆਪਣੇ ਸਮਾਜ ਵਿੱਚ ਰਹਿੰਦੇ ਹਾਂ, ਇਸ ਧਰਤੀ ਤੇ ਰਹਿੰਦੇ ਹਾਂ, ਇਸ ਵਾਤਾਵਰਣ 'ਚ ਰਹਿੰਦੇ ਹਾਂ। ਅੰਦਾਜ਼ਾ ਲਾ, ਬੱਦਲ ਆ ਰਿਹਾ ਨਾ, ਕੀ ਅੰਦਾਜ਼ਾ ਲੱਗ ਰਿਹਾ? ਮੀਂਹ ਪਏਗਾ। ਸਾਨੂੰ ਆਕਾਸ਼ ਵਿੱਚ ਗੁਬਾਰ ਜਿਹਾ ਚੜਿਆ ਦਿਖਾਈ ਦੇ ਰਿਹਾ, ਅੰਦਾਜ਼ਾ ਲੱਗ ਰਿਹਾ ਹਨੇਰੀ ਆਏਗੀ। ਜਦੋਂ ਸਵੇਰ ਵੇਲੇ ਪੂਰਬ ਵਾਲੇ ਪਾਸੇ ਲਾਲੀ ਜੀ ਦਿਖਾਈ ਦੇਵੇ, ਪਤਾ ਲੱਗ ਰਿਹਾ ਸੂਰਜ ਚੜ ਰਿਹਾ। ਸ਼ਾਮ ਦੇ ਟਾਈਮ ਤੇ ਜਦੋਂ ਸੂਰਜ ਛਿਪ ਰਿਹਾ, ਉਦੋਂ ਪੱਛਮ ਵਾਲੇ ਪਾਸੇ ਨੂੰ ਲਾਲੀ ਆਕਾਸ਼ ਵਿੱਚ ਦਿਖਾਈ ਦੇ ਰਹੀ, ਪਤਾ ਲੱਗ ਰਿਹਾ ਸੂਰਜ ਡੁੱਬ ਰਿਹਾ। ਥੋੜੇ ਥੋੜੇ ਹੱਡ ਪੈਰ ਦੁਖਦੇ ਹੋਣ, ਸਰੀਰ ਦੁਖਣਾ ਸ਼ੁਰੂ ਹੋਵੇ, ਅੰਦਾਜ਼ਾ ਲੱਗ ਜਾਂਦਾ ਬੁਖਾਰ ਚੜਨ ਵਾਲਾ ਹੈ। ਹੈਗੀਆਂ ਨਾ ਨਿਸ਼ਾਨੀਆਂ। ਸੜਕ ਤੇ ਜਾਂਦਿਆਂ ਤੁਹਾਨੂੰ ਪਤਾ ਲੱਗ ਜਾਂਦਾ, ਅੱਗੇਲੇ ਪਾਸੇ ਬੋਰਡ ਆ ਗਿਆ, ਪਤਾ ਲੱਗਾ ਅੱਗੇ ਫਾਟਕ ਆ ਰਿਹਾ ਹੈ। ਬੋਰਡ ਲੱਗ ਗਿਆ, ਪਤਾ ਲੱਗਿਆ ਅਗਲੇ ਪਾਸੇ ਸਕੂਲ ਆ ਰਿਹਾ ਹੈ। ਨਿਸ਼ਾਨੀ ਬੋਰਡ ਦੇ ਉੱਤੇ ਲਾ ਕੇ ਅਗਲਿਆਂ ਨੇ ਲਾ ਦਿੱਤਾ, ਅਗਲੇ ਪਾਸੇ ਹਸਪਤਾਲ ਆ ਰਿਹਾ ਹੈ। ਨਿਸ਼ਾਨੀਆਂ ਤੋਂ ਪਤਾ ਲੱਗਾ ਕੀ ਹੋਣ ਵਾਲਾ ਹੈ। ਬਹੁਤ ਕੁਝ ਸਾਡੇ ਸਾਹਮਣੇ ਇਦਾਂ ਸਹਿਜ ਪ੍ਰਗਟ ਹੁੰਦਾ ਹੈ ਤੇ ਅਸੀਂ ਸਮਝ ਲੈਨੇ ਝੱਟ ਕਿ ਇਹ ਹੋਣ ਵਾਲਾ ਹੈ। ਅਸਾਰ ਸਮਝ ਲੈਨੇ ਆ। ਤੇ ਸਤਿਗੁਰੂ ਨੇ ਆਖਿਆ ਜਦੋਂ ਰੱਬ ਦੇ ਮਿਲਣ ਦੀ ਗੱਲ ਆਏਗੀ ਨਾ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਪ੍ਰਭੂ ਮਿਲਣ ਦੀ ਨਿਸ਼ਾਨੀ ਹੈ। ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਦੇਖਿਓ ਹੁਣ ਅੱਗੇ ਹੋਰ ਸੌਖਾ ਕਰ ਦਿੱਤਾ। ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੈ ਭਾਣੇ ਜੀਓ। ਹੁਣ ਸਹਿਜ ਤੋਂ, ਸੰਤੋਖ ਤੋਂ, ਆਨੰਦ ਤੋਂ, ਤ੍ਰਿਪਤਾਸ ਭਾਵ ਰੱਜੇ ਹੋਣ ਵਾਲੀ ਬਿਰਤੀ, ਪਤਾ ਲੱਗ ਜਾਏਗਾ ਨਾ ਕਿ ਇਹ ਕਿੰਨਾ ਕੁ ਰੱਬ ਨਾਲ ਮਿਲਿਆ, ਕਿੰਨਾ ਕੁ ਪਹੁੰਚਿਆ ਤੇ ਕਿੰਨਾ ਕੁ ਨਹੀਂ। ਯਾਨੀ ਗੁਣਾ ਤੋਂ ਨਿਸ਼ਾਨੀਆਂ ਪਤਾ ਲੱਗੀਆਂ, ਗੁਣਾ ਤੋਂ ਕਿੱਥੇ ਖੜਾ ਹੈ। ਮੂੰਹ ਨਾਲ ਗੱਲਾਂ ਕਰਨੀਆਂ ਸੌਖੀਆਂ, ਗੁਣਾਂ ਦੀਆਂ ਨਿਸ਼ਾਨੀਆਂ ਬਣਾਤੀਆਂ ਸਤਿਗੁਰੂ ਨੇ। ਆ ਗੁਣ ਜੇ ਨਜ਼ਰ ਆਉਂਦੇ ਆ ਤਾਂ ਰੱਬ ਵਾਲੇ ਪਾਸੇ ਆ, ਜੇ ਇਹ ਗੁਣ ਨਜ਼ਰ ਨਹੀਂ ਆਉਂਦੇ ਤਾਂ ਰੱਬ ਵਾਲੇ ਪਾਸੇ ਨਹੀਂ ਹੈ। ਤਾਂ ਸਤਿਗੁਰੂ ਦੇ ਪਿਆਰਿਓ, ਇਹ ਸਤਿਗੁਰੂ ਦੀ ਬਾਣੀ ਸਾਨੂੰ ਬੜਾ ਕੁਝ ਸਿਖਾਉਂਦੀ ਹੈ, ਬੜਾ ਕੁਝ ਸਮਝਾਉਂਦੀ ਹੈ। ਇੱਕ ਵਾਰੀ ਅਸੀਂ ਪੌੜੀ ਵੱਲ ਫਿਰ ਧਿਆਨ ਦਈਏ। ਬੜੇ ਗੌਰ ਨਾਲ ਪੜਿਓ, ਧਿਆਨ ਨਾਲ ਪੜਿਓ ਜੀ। ਹਾਂਜੀ। ਪੌੜੀ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਪਾਪ ਕਸਮਲ ਟੁੱਟੇ ਕਿਵੇਂ, ਭੱਜੇ ਕਿਵੇਂ, ਨਾਸ਼ ਕਿੱਦਾਂ ਹੋਏ? ਤੀਜੀ ਲਾਈਨ ਵੇਖੋ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਕੰਨਾਂ ਨਾਲ ਸੁਣ ਲਿਆ, ਸੁਣਿਆ ਗਿਆ। ਸੁਣਨ ਨਾਲ ਹੀ ਕਲਿਆਣ ਹੋਏਗਾ ਨਾ। ਅਗਲੀ ਗੱਲ, ਹਾਂਜੀ। ਜਿਨ੍ਹਾਂ ਸਤਿਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ ਮੰਨ ਲਿਆ। ਸਤਿਗੁਰੂ ਨੇ ਉਪਦੇਸ਼ ਦਿੱਤਾ, ਉਪਦੇਸ਼ ਦੇ ਰਾਹੀਂ ਜਿਹੜਾ ਜਿਹੜਾ ਭਾਣਾ ਮੰਨਣ ਨੂੰ ਕਿਹਾ, ਜਿਹੜੀਆਂ ਗੱਲਾਂ ਮੰਨਣ ਨੂੰ ਕਿਹਾ, ਭਾਣਾ ਸਤਿਗੁਰੂ ਦਾ, ਰਜਾ ਸਤਿਗੁਰੂ ਦੀ ਮੰਨ ਲਈ। ਸਤਿਗੁਰੂ ਨੇ ਆਖਿਆ ਪਰਤਰੇ ਰੂਪ ਨਾ ਪੇਖੈ ਨੇਤਰ। ਸਤਿਗੁਰੂ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ।
ਪਰਾਇਆ ਹੱਕ ਨਹੀਂ ਖਾਣਾ। ਸਤਿਗੁਰੂ ਨੇ ਬੜੀਆਂ ਸਾਰੀਆਂ ਬਾਤਾਂ ਸਾਨੂੰ ਉਪਦੇਸ਼ ਦੇ ਰਾਹੀਂ ਦ੍ਰਿੜ ਕਰਵਾਈਆਂ, ਬੜੀਆਂ ਸਾਰੀਆਂ। ਨਾਲ ਨਾਲ ਸਾਨੂੰ ਆਲੇ ਦੁਆਲੇ ਦੇ ਇਹਨਾਂ ਉਲਝਣਾਂ ਦੇ ਵਿੱਚ ਵੀ ਧਿਆਨ ਦਿਵਾਇਆ ਕਿ ਭਲਿਓ ਆ ਉਲਝਣਾਂ ਦੇ ਵਿੱਚ ਪਹਿਲਾਂ ਹੀ ਸਮਾਜ ਫਸਿਆ ਹੋਇਆ, ਇਹਨਾਂ ਦੇ ਪੱਲੇ ਕੱਖ ਨਹੀਂ ਪਿਆ। ਇਸ ਕਰਕੇ ਤੁਸੀਂ ਇਹ ਸਾਰੀਆਂ ਉਲਝਣਾਂ ਛੱਡ ਕੇ ਤੀਰਥ ਇਸ਼ਨਾਨ, ਆ ਯਾਤਰਾ, ਪੁੰਨਦਾਨ, ਇਹ ਜਿੰਨੀਆਂ ਉਲਝਣਾਂ ਨੇ ਇਹਦੇ 'ਚ ਸਮਾਜ ਪਹਿਲਾਂ ਹੀ ਖਪਿਆ ਪਿਆ, ਕੁਛ ਨਹੀਂ ਲੱਭਿਆ। ਇਸ ਕਰਕੇ ਤੁਸੀਂ ਇਹਨਾਂ ਨੂੰ ਛੱਡ ਕੇ ਸਿੱਧੇ ਗੁਰੂ ਦੇ ਉਪਦੇਸ਼ ਤੇ ਆ ਜਾਇਓ। ਗੁਰੂ ਦੇ ਉਪਦੇਸ਼ ਤੋਂ ਉੱਤੇ ਜਾਂ ਗੁਰੂ ਦੇ ਉਪਦੇਸ਼ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ। ਹਾਲਾਂਕਿ ਸਾਡੇ ਸਮਾਜ ਵਿੱਚ ਇਹ ਰਵਾਇਤ ਜੀ ਬਣ ਗਈ, ਜਦੋਂ ਭਾਣਾ ਸ਼ਬਦ ਆਉਂਦਾ ਸਾਨੂੰ ਇਦਾਂ ਲੱਗਦਾ ਵੀ ਇਹ ਤਾਂ ਮਰਨ ਵਾਲੇ ਪਾਸੇ ਹੀ ਹੋਏਗਾ ਮਸਲਾ, ਕਿਉਂਕਿ ਅਸੀਂ ਉੱਥੇ ਕੀ ਕਹਿੰਦੇ ਆ, ਭਾਣਾ ਆ ਜੀ, ਭਾਣਾ ਮੰਨ ਲਓ ਜੀ, ਭਾਣਾ ਮੰਨਣਾ ਹੀ ਪੈਣਾ ਜੀ, ਭਾਣਾ ਮਿੱਠਾ ਕਰਕੇ ਮੰਨ ਲਓ ਜੀ। ਪਰ ਕੱਲਾ ਮਰਨਾ ਹੀ ਭਾਣਾ ਨਹੀਂ, ਸਤਿਗੁਰੂ ਦੇ ਉਪਦੇਸ਼ ਦੀ ਹਰ ਗੱਲ ਭਾਣਾ ਹੈ, ਔਰ ਉਹ ਭਾਣਾ ਸਾਨੂੰ ਮਿੱਠਾ ਕਰਕੇ ਮੰਨਣ ਲਈ ਪ੍ਰੇਰਦੇ ਆ। ਮੰਨ ਲਓ ਭਾਈ, ਇਹਦੇ ਵਿੱਚ ਹੀ ਕਲਿਆਣ ਹੈ, ਇਹਦੇ 'ਚ ਹੀ ਭਲਾ ਹੈ। ਹਾਂਜੀ, ਜਿਨ ਸਤਿਗੁਰ ਕਾ ਪਾਣਾ ਮੰਨਿਆ, ਤਿਨ ਚੜੀ ਚਵਗਣ ਬੰਨੇ। ਵਾਹ ਵਾਹ। ਇਹ ਜਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਗੁਰ ਦੀਖਿਆ ਸੁਣ ਮਨ ਭਿੰਨੇ। ਗੁਰੂ ਦੀ ਦੀਖਿਆ ਸੁਣ ਕੇ ਮਨ ਭਿੰਨੇ, ਮਨ ਭਿੱਜ ਜਾਏ, ਮਨ ਭਿੱਜ ਜਾਏ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਦਰਵ ਜਾਏ, ਭਿੱਜ ਜਾਏ, ਗੜੋਚ ਹੋ ਜਾਏ, ਫੇਰ ਹੀ ਆ ਨਾ। ਮੈਂ ਕਹਿੰਦਾ ਜੇ ਜ਼ਿਆਦਾ ਸਮਾਂ ਅਸੀਂ ਮੰਨ ਲਓ, ਜੇ ਸਾਡੀ ਸ਼ੁਰੂਆਤ ਸਟੇਜ ਹੈ, ਜੇ ਹਰ ਵੇਲੇ ਨਹੀਂ ਵੀ ਭਿੱਜ ਰਿਹਾ, 2 4 10 ਮਿੰਟ ਜਿੰਨਾ ਚਿਰ ਅਸੀਂ ਬਾਣੀ ਨਾਲ ਬੈਠੇ, ਇੰਨਾ ਕੁ ਚਿਰ ਤੇ ਭਿੱਜਾ ਰਹਿ ਸਕਦਾ ਨਾ, ਆਪੇ ਜ਼ਿਆਦਾ ਵੀ ਭਿੱਜਣ ਲੱਗ ਜਾਏਗਾ। ਸੁੱਕਾ ਹੀ ਰਵੇ ਤੇ ਸੁੱਕਾ ਹੀ ਰਹਿ ਕੇ ਇਦਾਂ ਹੀ ਮਰ ਜਾਏ, ਇਹਦੇ ਨਾਲੋਂ ਚੰਗਾ ਕਦੀ ਕਦਾਈ ਥੋੜਾ ਥੋੜਾ ਭਿੱਜਣਾ ਸ਼ੁਰੂ ਕਰੇ। ਇਹ ਵਧੀਆ ਨਾ। ਅੱਧਾ ਕੁ ਘੰਟਾ ਵੀ ਭਿੱਜਿਆ ਰਵੇ, ਆਪੇ ਪੌਣੇ ਘੰਟੇ ਵੱਲ ਵੀ ਤੁਰੇਗਾ। ਥੋੜੇ ਤੋਂ ਹੀ ਗੱਲ ਸ਼ੁਰੂ ਹੋ ਸਕਦੀ ਹੈ ਨਾ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਜੇ ਇੱਕ ਵੀ ਸੁਣ ਲਈ ਜਾਏ, ਇੱਕ ਤੋਂ ਹੀ ਸ਼ੁਰੂ ਹੋ ਜਾਏ, ਇੱਕ ਤੋਂ ਹੀ। ਕਿਨਕਾ ਏਕ ਜਿਸ ਜੀ ਬਸਾਵੇ, ਇੱਕ ਕਿਨਕਾ। ਨਾਨਕ ਲੇਖੈ ਇੱਕ ਗੱਲ, ਮੇਰੀਆਂ ਸਤਿਕਾਰਯੋਗ ਮਾਵਾਂ ਭੈਣਾਂ ਬੈਠੀਆਂ ਨੇ, ਇਹਨਾਂ ਨੂੰ ਜ਼ਿਆਦਾ ਪਤਾ ਆ। ਦੁੱਧ ਨੂੰ ਜਾਗ ਲਾਉਣੀ ਹੋਵੇ, ਦਹੀਂ ਜਮਾਉਣਾ ਹੋਵੇ, ਤੇ ਦੁੱਧ ਦੇ ਬਰਾਬਰ ਦੀ ਜਾਗ ਨਹੀਂ ਚਾਹੀਦੀ। ਕਿਉਂ ਜੀ? ਜੇ ਕਿਲੋ ਦੁੱਧ ਹੈ ਤੇ ਜਾਗ ਕਿਲੋ ਤੇ ਨਹੀਂ ਚਾਹੀਦੀ। ਥੋੜਾ ਜਿਹਾ, ਅੱਧਾ ਕੁ ਚਮਚਾ ਹੀ, ਮੇਰੇ ਖਿਆਲ ਅੱਧਾ ਵੀ ਜ਼ਿਆਦਾ ਹੋ ਜਾਣਾ, ਥੋੜਾ ਜਿਹਾ ਹੀ ਬਹੁਤ ਹੈ। ਔਰ ਇਹ ਗੱਲ ਅਸੀਂ ਨਿਸ਼ਚੇ ਨਾਲ ਕਹਿ ਸਕਦੇ ਹਾਂ, ਢੰਗ ਸਿਰ ਜਾਗ ਲੱਗ ਗਈ, ਥੋੜੀ ਜੀ ਜਾਗ ਹੈ, ਪੂਰੇ ਦੁੱਧ ਨੂੰ ਦਹੀਂ ਤੇ ਦਹੀਂ ਤੋਂ ਘਿਓ ਚ ਕਨਵਰਟ ਹੋਣ ਲੱਗਿਆ ਦੇਰ ਨਹੀਂ ਲੱਗਦੀ, ਮਹੀਨੇ ਨਹੀਂ ਲੱਗਦੇ, ਸਾਲ ਨਹੀਂ ਲੱਗਦੇ। ਕਿਉਂ ਭੈਣੋ? ਠੀਕ ਹੈ ਨਾ। ਢੰਗ ਸਿਰ ਮਾਂ ਨੇ, ਭੈਣ ਨੇ ਉਸ ਦੁੱਧ ਨੂੰ ਜਾਗ ਲਾ ਦਿੱਤੀ ਹੈ ਨਾ, ਢੰਗ ਸਿਰ। ਉਹ ਦੁੱਧ ਦਹੀਂ
ਦਹੀਂ ਤੋਂ ਮੱਖਣ ਘਿਓ ਤੱਕ ਬਦਲ ਜਾਂਦਾ ਆ। ਪਰ ਸ਼ੁਰੂਆਤ ਥੋੜੀ ਜੀ ਜਾਗ ਤੋਂ ਹੀ ਹੋਈ ਹੈ। ਸਤਿਗੁਰੂ ਜੀ ਦੀ ਇੱਕ ਸਿੱਖਿਆ ਤੋਂ, ਸਤਿਗੁਰੂ ਜੀ ਦੀ ਥੋੜੀ ਜੀ ਸਿੱਖਿਆ ਤੋਂ ਕੰਮ ਸ਼ੁਰੂ ਹੋ ਜਾਏ। ਸਿੱਖਿਆ ਦੇ ਅੰਦਰ ਵੀ ਇੰਨੀ ਤਾਕਤ ਹੈ, ਇੱਕ ਸਿੱਖਿਆ ਦੇ ਅੰਦਰ ਵੀ ਇੰਨੀ ਤਾਕਤ ਹੈ, ਇੰਨੀ ਖਿੱਚ ਹੈ, ਢੰਗ ਸਿਰ, ਟਿਕਾਣੇ ਸਿਰ ਇੱਕ ਵੀ ਸਿੱਖਿਆ ਬਹਿ ਗਈ, ਸਮਝ ਲਓ ਸਾਰਾ ਜੀਵਨ ਬਦਲ ਸਕਦੀ ਆ। ਹਰ ਜਨ ਐਸਾ ਚਾਹੀਏ ਜੈਸਾ ਇੱਥੋਂ ਤੱਕ ਲਿਜਾ ਸਕਦੀ ਆ। ਸ਼ੁਰੂਆਤ ਕਰੀਏ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ, ਮਨ ਭਿੰਨੇ, ਮਨ ਭਿੱਜ ਜਾਏ। ਸਿਖਰਲੀ ਸਟੇਜ ਹੈ। ਹਾਂਜੀ। ਸ਼ਲੋਕ ਮਹਿਲਾ ਤੀਜਾ। ਜਿਨ ਗੁਰ ਭੁਖਿਆ ਆਪਣਾ, ਤਿਸ ਠੌਰ ਨ ਠਾਉ। ਹਲਤ ਪਲਤ ਤੂੰ ਮੈਂ ਗਏ, ਦਰਗਾ ਨਾਹੀ ਥਾਉ। ਉਹ ਵੇਲਾ ਹੱਥ ਨ ਆਵਈ, ਫਿਰ ਸਤਿਗੁਰ ਲੱਗੈ ਪਾਏ। ਸਤਿਗੁਰ ਕੀ ਗਣਤੈ ਕੁਸੀਐ, ਦੁਖੇ ਦੁਖ ਬਹਾਏ। ਵਿਹਾਏ। ਸਤਿਗੁਰ ਕੀ ਗਣਤੈ ਕੁਸੀਐ, ਦੁਖੇ ਦੁਖ ਵਿਹਾਏ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲਏ ਸਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾਲਿਓ ਨਾ, ਤਿਨਾਂ ਦਰਗਾ ਲੈ ਛਡਾਏ। ਮਹਿਲਾ ਤੀਜਾ। ਮਨਮੁਖ ਅਗਿਆਨ, ਦੁਰਮਤ ਅਹੰਕਾਰੀ। ਇੱਕ ਮਿੰਟ ਆਪਾਂ ਪਾਠ ਚੇਂਜ ਕਰ ਲਈਏ। ਹਾਂਜੀ ਭੈਣ ਜੀ। ਮਹਿਲਾ ਤੀਜਾ। ਮਨਮੁਖ ਅਗਿਆਨ, ਦੁਰਮਤ ਅਹੰਕਾਰੀ। ਅੰਤਰ ਕ੍ਰੋਧ, ਜੂਐ ਮਤ ਹਾਰੀ। ਕੂੜਕ ਸਤ ਉਹ ਪਾਪ ਕਮਾਵੈ। ਕਿਆ ਉਹ ਸੁਣੈ, ਕਿਆ ਆਖ ਸੁਣਾਵੈ। ਅੰਨਾ ਭੋਲਾ ਕੋਈ ਉਜੜ ਪਾਏ। ਮਨੁੱਖ ਅੰਧਾ ਆਵੈ ਜਾਏ। ਬਿਨ ਸਤਿਗੁਰ ਭੇਟੇ ਠਾਏ ਨ ਪਾਏ। ਮੇਰੇ ਖਿਆਲ ਮਾਈਕ ਦੀ ਕੋਈ ਦਿੱਕਤ ਹੈ ਜੀ, ਚੈੱਕ ਕਰਿਓ। ਨਾਨਕ ਪੂਰਨ ਮਿਥਿਆ ਕਮਾਏ। ਹਾਂਜੀ। ਔੜੀ जिनके चित्त कठोर हैं, से बहिन सतगुर पास। ओथै सचवत दा उड़िया चित उदास। ओए वाल छल कर छत कट दे, फिर जाए वह कुड़ियारा पास। विच सच्चे पूर न कटई, मन वेखो को निरजास। कुड़ियार कुड़ियारी जाए, सचियार सिख बैठे सतगुर पास। श्लोक पहला पंजवा। रहते मुंडे निंदक मारे, कर आपे आहर। संत सहाई नानका, बंदे सब जार। महला पंजवा। मुंडो खुले मुंडके, किथे पायन हथ। तिन्ने मारे नानका, जे करन कर्म समरथ। पौड़ी महला पंजवा। ਹਾਂਜੀ, ਆਪਾਂ ਇਸ ਵਾਰ ਦੇ ਸ਼ੁਰੂਆਤ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਵਾਰ ਗੁਰੂ ਰਾਮਦਾਸ ਜੀ ਦੀ ਹੈ। ਗੁਰੂ ਰਾਮਦਾਸ ਜੀ ਦੀ ਇਸ ਵਾਰ ਦੇ ਅੰਦਰ 5 ਪੌੜੀਆਂ ਗੁਰੂ ਅਰਜਨ ਸਾਹਿਬ ਜੀ ਨੇ ਇਸ ਵਾਰ ਦੀ ਹੋਰ ਵਿਆਖਿਆ ਲਈ ਆਪਣੀਆਂ ਐਡ ਕੀਤੀਆਂ ਨੇ। ਪੌੜੀ 27, 28, 29, 30 ਤੇ 31, ਇਹ 5 ਪੌੜੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ।
ਤੋ ਜਿਵੇਂ ਇੱਥੇ ਤੁਹਾਡੇ ਸਾਹਮਣੇ ਪਾਠ ਆ ਰਿਹਾ, ਇੱਥੇ ਆ ਰਿਹਾ ਪੌੜੀ ਤੇ ਅੱਗੇ ਕੱਲਾ ਆ ਰਿਹਾ 5। ਭੈਣ ਜੀ ਨੇ ਠੀਕ ਪਾਠ ਕੀਤਾ ਹੈ, ਪੌੜੀ ਮਹਿਲਾ ਪੰਜਵਾਂ। ਇਹ ਪੌੜੀ ਮਹਿਲਾ ਪੰਜਵਾਂ ਹੀ ਪਾਠ ਕੀਤਾ ਜਾਏਗਾ। ਪੌੜੀ ਪੰਜਵੀਂ, ਪੌੜੀ ਪੰਜਵਾਂ ਇਹ ਪਾਠ ਦਰੁਸਤ ਨਹੀਂ ਹੈ। ਤੋ ਪੌੜੀ ਮਹਿਲਾ ਪੰਜਵਾਂ ਤੁਸੀਂ ਆਪ ਜੀ ਪੋਥੀਆਂ ਤੁਹਾਡੇ ਕੋਲ ਹੈ, ਤੁਸੀਂ ਦਰਸ਼ਨ ਕਰ ਸਕਦੇ ਹੋ। 30 ਤੇ 31 ਨੰਬਰ ਪੌੜੀ ਨੂੰ ਆਪ ਜੀ ਅੱਗੇ ਦਰਸ਼ਨ ਕਰੋ। ਬਕਾਇਦਾ 2 ਪੌੜੀਆਂ ਦੇ ਨਾਲ ਮਹਿਲਾ ਪੰਜਵਾਂ ਵੀ ਲਿਖਿਆ ਬਰਾਬਰ ਆ ਰਿਹਾ। ਤਾਂ ਉਹ ਜਿਹੜਾ 2 ਵਾਰੀ ਮਹਿਲਾ ਪੰਜਵਾਂ ਆ ਰਿਹਾ, ਅਸੀਂ ਇੱਥੇ ਵੀ ਮਹਿਲਾ ਪੰਜਵਾਂ ਹੀ ਉਚਾਰਨ ਕਰਾਂਗੇ। 5 ਪੌੜੀਆਂ ਇਹ ਗੁਰੂ ਅਰਜਨ ਸਾਹਿਬ ਜੀ ਦੀਆਂ। ਤਾਂ ਜਦੋਂ ਗੁਰੂ ਅਰਜਨ ਸਾਹਿਬ ਜੀ ਦੀਆਂ ਇਹ ਪੌੜੀਆਂ ਨੇ ਤਾਂ ਸਾਨੂੰ ਇੱਥੇ ਕੋਈ ਵੀ ਦਿੱਕਤ ਨਹੀਂ, ਅਸੀਂ ਮਹਿਲਾ ਪੰਜਵਾਂ ਉਚਾਰਨ ਇਦਾਂ ਹੀ ਕਰਾਂਗੇ ਜੀ। ਲੈ ਪਾਹੀ ਰਾਤੀ ਤੁਰੇ ਪ੍ਰਭ ਜਾਣੈ ਪ੍ਰਾਣ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ। ਸੰਨੀ ਦੇਰ ਬਿਖਮ ਖਾਏ ਮਿੱਠਾ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ। ਅਜ਼ਰਾਏ ਫਰਿਸ਼ਤਾ ਦਿਲ ਪੀੜੇ ਕਾਣੀ। ਸਲੋਕ ਪਹਿਲਾ ਪੰਜਵਾਂ, ਸੇਵਕ ਸੱਚੇ ਸ਼ਾਹ ਕੇ ਸਹੀ ਪਰਵਾਨ। ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਜਾਣ। ਮਹਿਲਾ ਪੰਜਵਾਂ, ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ। ਰਾਮ ਨਾਮ ਤਨ ਵਖੜੋ ਨਾਨਕ ਸਦਾ ਧਿਆਏ। ਪੌੜੀ ਮਹਿਲਾ ਪੰਜਵਾਂ, ਨਾਰਾਇਣ ਲਿਆ ਨਠੁੰਗੜਾ ਪੈਰ ਦਿਖੈ ਰਖੈ। ਕਰਤਾ ਪਾਪ ਮਿਟਿਆ ਕਿਤ ਵੀ ਸੋਚ ਚਖੈ। ਨਿੰਦਾ ਕਰਦਾ ਪਛੁਆ ਵਿੱਚ ਦੇਹੀ ਪਖੈ। ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰਖੈ। ਨਾਨਕ ਤਿਸ ਸ਼ਰਨਾਗਤੀ ਜੋ ਪੁਰਖ ਲਖੈ। ਸਲੋਕ ਪਹਿਲਾ ਪੰਜਵਾਂ, ਨਰਕ ਘੋਰ ਮੋ ਦੁਖ ਤੜੀ ਆਕਿਰਤ ਕਣਾ ਕਾਖਾਨ। ਤਿਨ ਪ੍ਰਭ ਮਾਰੇ ਨਾਨਕਾ ਹੋਏ 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 ਹਰਾਮ। ਮਹਿਲਾ ਪੰਜਵਾਂ, ਅਬ ਖਟ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੀ। ਆਪ ਬੁਲਾਏ ਨਾਨਕਾ ਪਚ ਪਚ ਜੁਨੀ ਪਾਣੀ। ਪੌੜੀ ਮਹਿਲਾ ਪੰਜਵਾਂ, ਉਸ ਦਿੱਤਾ ਪੂਰੇ ਸਤਿਗੁਰੂ ਹਰ ਮਨ ਸੱਚ ਅਖੁੱਟ। ਸਭ ਅੰਦੇਸੇ ਮਿਟ ਗਏ ਜਮ ਕਾ ਹੋ ਛੁੱਟ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਬਿਨ ਸੱਚੇ ਦੂਜਾ ਸੇਵਦੇ ਹੋਏ ਮਸਨ ਪੁੱਟ। ਨਾਨਕ ਕੋ ਬਖਸ਼ਿਆ ਨਾਨਕ ਕੋ ਗੁਰ ਬਖਸ਼ਿਆ ਨਾਮੈ ਸੰਗ ਝੁਟ। ਸਲੋਕ ਮਹਿਲਾ ਚੌਥਾ, ਤਪਾ ਨ ਹੋਵੇ ਅੰਦਰੋਂ ਨੂਪੀ ਨਿਤ ਮਾਇਆ ਨੂੰ ਫਿਰੇ ਜਜ਼ਮਾ ਲਿਆ। ਆਪ ਜੀ ਨੂੰ ਯਾਦ ਹੋਏਗਾ ਜੀ, ਅਸੀਂ ਇੱਕ ਸ਼ਲੋਕ ਦੀ ਵਿਚਾਰ ਕਰਦਿਆਂ ਪਾਠ ਕਰਦਿਆਂ ਧਿਆਨ ਦਿੱਤਾ ਸੀ। ਸ਼ਲੋਕ ਦੇ ਬੋਲ ਸਨ, ਮਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ। ਤਿੰਨ ਵੇਮੁਖ ਵੇਮੁਖੈ ਨੋ ਪਾਇਆ। ਗੁਰੂ ਰਾਮਦਾਸ ਜੀ ਦਾ ਸ਼ਲੋਕ ਸੀਗਾ। ਆ ਜਿਹੜਾ ਸ਼ਲੋਕ ਅਸੀਂ ਹੁਣ ਪੜ੍ਹਨ ਲੱਗੇ ਹਾਂ, ਜਿਹਦਾ ਪਾਠ ਕਰਨ ਲੱਗੇ ਹਾਂ, ਚੌਥੇ ਪਾਤਸ਼ਾਹ ਜੀ ਦਾ ਹੀ ਇਹ ਸ਼ਲੋਕ ਹੈ। ਗੁਰੂ ਰਾਮਦਾਸ ਜੀ ਨੇ ਇਸ ਸ਼ਲੋਕ ਦਾ ਪਾਠ ਸਾਡੇ ਸਾਹਮਣੇ ਰੱਖਦਿਆਂ ਧਿਆਨ ਸਾਡਾ ਗੋਇੰਦਵਾਲ ਵਿੱਚ ਵਾਪਰਨ ਵਾਲੀ ਇੱਕ ਘਟਨਾ ਵੱਲ ਦਿਵਾਇਆ ਹੈ। ਔਰ ਗੋਇੰਦਵਾਲ ਵਿਖੇ ਉਹ ਘਟਨਾ ਗੁਰੂ ਅਮਰਦਾਸ ਜੀ ਦੇ ਵਕਤ ਵਾਪਰੀ। ਗੋਇੰਦਵਾਲ ਦੇ ਵਿੱਚ ਜਦੋਂ ਗੋਇੰਦਵਾਲ ਵਸਿਆ, ਜਿਵੇਂ ਜਿਵੇਂ ਉੱਥੇ ਸਿੱਖ ਵਸੋਂ ਹੋਈ,
ਸਿੱਖ ਪਰਿਵਾਰਾਂ ਨੇ ਰਹਿਣਾ ਸ਼ੁਰੂ ਕੀਤਾ ਤਾਂ ਉੱਥੇ ਇੱਕ ਪਰਿਵਾਰ ਆ ਕੇ ਰਹਿਣ ਲੱਗਿਆ। ਅਸਲ 'ਚ ਉਹ ਹੈ ਜੋਗੀ। ਜਿਹੜਾ ਜੋਗੀ ਹੈ, ਜੇ ਉਹ ਜੋਗੀ ਸੱਚੀ ਹੈ ਤਾਂ ਉਹ ਗ੍ਰਸਤੀ ਨਹੀਂ, ਜੇ ਗ੍ਰਸਤੀ ਹੈ ਤਾਂ ਉਹ ਜੋਗੀ ਨਹੀਂ। ਕਿਉਂਕਿ ਯੋਗ ਦੀ ਫਿਲਾਸਫੀ ਤਾਂ ਇਹੀ ਕਹਿੰਦੀ ਹੈ ਨਾ, ਪਰਿਵਾਰ ਨੂੰ ਜਾਂ ਪਰਿਵਾਰ ਵਿੱਚ ਰਹਿਣਾ, ਇਹਨੂੰ ਤਾਂ ਉਹ ਜੰਜਾਲ, ਜਾਂ ਫਿਰ ਭਾਈ ਗੁਰਦਾਸ ਜੀ ਦੇ ਬੋਲਾਂ ਦੇ ਮੁਤਾਬਕ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਕਹਿੰਦੇ ਨੇ। ਇਹ ਜਿਹੜਾ ਗੋਇੰਦਵਾਲ ਵਿਖੇ ਜੋਗੀ ਰਹਿਣ ਲੱਗਿਆ, ਇਹ ਸੀ ਤਪਾ ਹਰੀ ਰਾਮ। ਇਹ ਹਰੀ ਰਾਮ ਤਪਾ, ਇਹ ਜੋਗੀ ਵੀ ਸੀ ਤੇ ਗ੍ਰਸਤੀ ਵੀ ਸੀ। ਪਰਿਵਾਰ ਸਮੇਤ ਗੋਇੰਦਵਾਲ ਵਿੱਚ ਰਹਿੰਦਾ ਸੀ। ਇਹ ਜਿਵੇਂ ਜਿਵੇਂ ਪੁਰਾਣਾ ਹੁੰਦਾ ਗਿਆ ਗੋਇੰਦਵਾਲ ਵਿੱਚ, ਮਹੀਨਾ ਬੀਤਿਆ, ਸਾਲ ਬੀਤਿਆ, ਲੋਕਾਂ ਦੇ ਵਿੱਚ ਮਿਲਣ ਗਿਲਣ, ਰਹਿਣ ਸਹਿਣ, ਪਛਾਣ ਬਣਦੀ ਗਈ। ਇਹਨੇ ਸਹਿਜ ਸਹਿਜ ਆਪਣਾ ਕੰਮ ਸ਼ੁਰੂ ਕਰ ਲਿਆ ਸੀ। ਇਹਨੇ ਗੁਰੂ ਅਮਰਦਾਸ ਜੀ ਦੇ ਖਿਲਾਫ ਬਹੁਤ ਕੁਝ ਜ਼ਹਿਰ ਉਗਲਣਾ ਸ਼ੁਰੂ ਕੀਤਾ। ਜਿਹੜਾ ਵੀ ਇਹਦੇ ਢਹਿ ਚੜ੍ਹਦਾ ਉਹਨੂੰ ਇਹ ਗੁਰੂ ਅਮਰਦਾਸ ਜੀ ਦੇ ਖਿਲਾਫ ਭੜਕਾਉਂਦਾ, ਉਹਦੇ ਕੋਲ ਗੱਲਾਂ ਕਰਦਾ, ਗੁਰੂ ਘਰ ਦੀ ਮਰਿਆਦਾ, ਗੁਰੂ ਘਰ ਦੇ ਸਿਧਾਂਤ, ਉਹਨਾਂ ਦੇ ਖਿਲਾਫ ਇਹ ਬੋਲਦਾ ਹੀ ਰਹਿੰਦਾ ਅਕਸਰ ਹੀ। ਔਰ ਯਕੀਨਨ ਜੇ ਇਹ ਗੱਲਾਂ ਕਰੇਗਾ ਤਾਂ ਸਹਿਜ ਸਹਿਜ, ਅੱਜ ਨਹੀਂ ਕੱਲ, ਘੁੰਮ ਘੁਮਾ ਕੇ ਆਖਰ ਉਹ ਗੱਲਾਂ ਸਿੱਖਾਂ ਕੋਲ ਵੀ ਪਹੁੰਚੀਆਂ ਤੇ ਆਖਰ ਉਹ ਗੁਰੂ ਅਮਰਦਾਸ ਜੀ ਦੇ ਕੋਲ ਵੀ ਪਹੁੰਚੀਆਂ। ਸਤਿਗੁਰੂ ਜੀ ਦੇ ਕੋਲ ਜਦੋਂ ਇਹ ਗੱਲਾਂ ਪਹੁੰਚਦੀਆਂ ਨੇ ਤਾਂ ਆਖਰ ਇੱਥੋਂ ਤੱਕ ਵੀ ਗੱਲਾਂ ਜਾਂਦੀਆਂ ਰਹੀਆਂ ਕਿ ਮਹਾਰਾਜ ਇਹਦਾ ਕੀ ਕੀਤਾ ਜਾਏ। ਮਹਾਰਾਜ ਕਹਿੰਦੇ ਕੋਈ ਨਹੀਂ, ਕਰਦਾ ਰਹਿਣ ਦਿਓ, ਜੋ ਕਰਦਾ ਲੱਗਾ ਰਹਿਣ ਦਿਓ। ਸਤਿਗੁਰੂ ਟਾਲਦੇ ਰਹੇ ਮਸਲਾ। ਸਿੱਖਾਂ ਨੇ ਇਸ ਨੂੰ ਕੁਝ ਨਹੀਂ ਕਿਹਾ। ਉਸ ਇਤਿਹਾਸ ਦੀ ਸਾਖੀ ਦੇ ਮੁਤਾਬਕ ਇੱਕ ਵਾਰ ਗੁਰੂ ਅਮਰਦਾਸ ਜੀ ਨੇ ਇੱਕ ਲੰਗਰ ਤਿਆਰ ਕਰਵਾਇਆ ਤੇ ਆਖਿਆ ਦੂਰ ਦੁਰਾਡੇ ਤੱਕ ਸੁਨੇਹਾ ਭੇਜੋ, ਸਭ ਸੰਗਤਾਂ ਲੰਗਰ ਆ ਕੇ ਛਕਣ। ਜਿਹੜੇ ਆ ਸਕਦੇ ਸੀ ਉਹਨਾਂ ਨੇ ਆ ਕੇ ਲੰਗਰ ਛਕਿਆ। ਉੱਥੇ ਇਹ ਵੀ ਕਿਹਾ ਜਾਂਦਾ ਕਿ ਇੱਕ ਟਾਈਮ ਤੇ ਸਤਿਗੁਰੂ ਨੇ ਆ ਕੇ ਇਹ ਵੀ ਕਿਹਾ ਜਿਹੜੇ ਹੁਣ ਲੰਗਰ ਛਕਣਗੇ ਉਹਨਾਂ ਨੂੰ ਇੱਕ ਮੋਹਰ ਵੀ ਮਿਲੇਗੀ। ਜਿਹੜੇ ਛਕ ਚੁੱਕੇ ਨੇ ਉਹ ਤਾਂ ਛਕ ਚੁੱਕੇ ਨੇ, ਪਰ ਕੁਛ ਕੁ ਆਏ। ਮੋਹਰ ਮਿਲਦੀ ਹੋਵੇ ਦੋਹਰੀ ਵਾਰੀ ਵੀ ਖਾਣ 'ਚ ਕੀ ਅਰਜ਼ ਹੈ। ਕੁਛ ਆਏ। 2 ਮੋਹਰਾਂ ਦਾ ਐਲਾਨ ਹੋਇਆ, 3 ਮੋਹਰਾਂ ਦਾ ਐਲਾਨ ਹੋਇਆ, ਤਪਾ ਹਰੀ ਰਾਮ ਨਹੀਂ ਆਇਆ। ਮੋਹਰਾਂ ਵੱਧਦੀਆਂ ਗਈਆਂ। ਹੁਣ ਲਾਲਚ ਉੱਠਿਆ ਕਿ ਲੰਗਰ ਵੀ ਗਿਆ ਤੇ ਮੋਹਰਾਂ ਵੀ ਗਈਆਂ। ਇਹ ਆਪ ਤਾਂ ਨਹੀਂ ਸੀ ਜਾ ਸਕਦਾ, ਆਪ ਇਹਦੇ ਜਾਣ ਨਾਲ ਉੱਥੇ ਪਾਜ ਉਗੜਦਾ ਸੀ। ਇਹਨੇ, ਇਤਿਹਾਸ ਕਹਿੰਦਾ, ਲੰਗਰ ਵਾਲੀ ਕੰਧ ਧੱਕਾ ਲਾ ਕੇ ਪਿੱਛੋਂ ਆਪਣੇ ਬੱਚੇ ਨੂੰ, ਆਪਣੇ ਮੁੰਡੇ ਨੂੰ ਚੜਾਇਆ। ਨਾਲੇ ਲੰਗਰ ਖਾ ਕੇ ਆ, ਨਾਲੇ ਮੋਹਰਾਂ ਲੈ ਕੇ ਆ। ਛੋਟਾ ਸੀ, ਸੰਭਲ ਨਾ ਸਕਿਆ। ਪਿੱਛੋਂ ਤੇ ਇਹਨੇ ਚੁੱਕ ਕੇ ਧੱਕਾ ਲਾ ਕੇ ਚੜਾ ਦਿੱਤਾ ਕੰਧ ਤੇ, ਪਰ ਅਗਲੇ ਪਾਸੇ ਉਹ ਵਿਚਾਰਾ ਸੰਭਲ ਨਾ ਸਕਿਆ, ਕੰਧ ਤੋਂ ਡਿੱਗ ਪਿਆ। ਚੀਕਾਂ ਨਿਕਲੀਆਂ, ਰੋਇਆ, ਖੜਾਕ ਹੋਇਆ, ਵੇਖਿਆ ਕੀ ਹੋਇਆ, ਕੀ ਹੋਇਆ। ਚੁੱਕਿਆ, ਬੱਚਾ ਡਿੱਗਾ, ਬੱਚਾ ਡਿੱਗਾ, ਕੀ ਹੋਇਆ, ਕਿਵੇਂ ਕਿਵੇਂ। ਜਦੋਂ ਦੇਖਿਆ ਕਹਿੰਦੇ ਤਾਂ ਤਪੇ ਦਾ ਬੱਚਾ ਆ। ਤੂੰ ਕਿੱਦਾਂ ਬਈ, ਸਾਰੇ ਇੱਧਰ ਦੀ ਆ ਰਿਹਾ, ਤੂੰ ਕੰਧ ਉੱਤੋਂ ਟੱਪ ਕੇ ਆ ਰਿਹਾ, ਤੈਨੂੰ ਕੀ ਦਿੱਕਤ ਹੈ। ਨਿਆਣਾ ਸੀ ਵਿਚਾਰਾ, ਬੋਲ ਪਿਆ, ਕਹਿੰਦਾ ਬਾਪੂ ਨੇ ਪਿੱਛੋਂ ਧੱਕਾ ਲਾ ਕੇ ਚੜਾਇਆ, ਉਤਰਨ ਲੱਗਿਆ ਅਗਲੇ ਪਾਸੇ ਡਿੱਗ ਪਿਆ। ਇਹ ਇੱਕ ਕਹਾਣੀ ਆ, ਸਾਖੀ ਆ, ਘਟਨਾ ਆ, ਗੋਇੰਦਵਾਲ ਦੇ ਵਿੱਚ ਵਾਪਰੀ। ਗੁਰੂ ਰਾਮਦਾਸ ਜੀ ਨੇ ਉਹਨੂੰ ਕਲਮਬੰਦ ਕੀਤਾ। ਤਪਾ ਸੀ, ਮਾਰਿਆ ਗਿਆ, ਚਲੋ ਲਾਲਚ ਵਿੱਚ ਆ ਗਿਆ, ਫਸ ਗਿਆ। ਪਾਜ ਉਗੜਨਾ ਸੀ, ਉਗੜ ਗਿਆ।
ਹੁਣ ਗੁਰੂ ਰਾਮਦਾਸ ਇਸ ਨੂੰ ਬਾਣੀ 'ਚ ਸ਼ਲੋਕ ਬਣਾ ਕੇ ਸਾਡੇ ਸਾਹਮਣੇ ਰੱਖ ਰਹੇ। ਮਹਾਰਾਜ ਕੀ ਦੇਣਾ ਚਾਹੁੰਦੇ ਆ? ਆਖਰ ਕੋਈ ਤਾਂ ਖਾਸ ਰਮਜ ਹੋਏਗੀ। ਔਰ ਸੁਣੀ ਸੁਣਾਈ ਗੱਲ ਨਹੀਂ। ਗੁਰੂ ਰਾਮਦਾਸ ਜੀ ਸ਼ਲੋਕ ਲਿਖ ਰਹੇ ਨੇ ਤਾਂ ਸਾਨੂੰ ਇਹ ਸਮਝਣਾ ਪਏਗਾ ਘਟਨਾ ਵਾਲੇ ਉਸ ਥਾਂ ਤੇ ਬਾਬਾ ਜੇਠਾ ਜੀ ਉਸ ਵਕਤ ਮੌਜੂਦ ਆ। ਅੱਖੀਂ ਦੇਖਿਆ ਸਾਰਾ ਕੁਝ, ਹੰਡਾਇਆ ਸਾਰਾ ਕੁਝ। ਔਰ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ ਫਿਰ ਇਹ ਸ਼ਲੋਕ ਰਚਦੇ ਨੇ। ਔਰ ਗੁਰੂ ਰਾਮਦਾਸ ਜੀ ਦਾ ਸ਼ਲੋਕ ਰਚਣ ਦਾ ਜਿਹੜਾ ਮਨੋਰਥ ਹੈ, ਅੱਗੇ ਆਪਾਂ ਬਾਣੀ ਪੜਾਂਗੇ, ਫਿਰ ਅੱਗੇ ਸ਼ਲੋਕ ਵੀ ਆਉਣਗੇ, ਸਾਨੂੰ ਸਮਝ ਲੱਗ ਜਾਏਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਰੀ ਰਾਮ ਤਪੇ ਦੀ ਇੱਕ ਉਦਾਹਰਣ ਸਿਰਫ ਦੇ ਕੇ ਇਹ ਕਹਿੰਦੇ ਨੇ, ਭਲਿਓ ਤਕੜੇ ਰਿਓ, ਜਾਗਦੇ ਰਿਓ, ਇਹਨਾਂ ਤਪਿਆਂ ਦੀ ਕਮੀ ਕਿਤੇ ਨਹੀਂ ਆਉਣੀ। ਇਹ ਤਪੇ ਜੰਮਦੇ ਹੀ ਰਹਿਣਗੇ, ਲਾਈਨਾਂ ਲੱਗੀਆਂ ਰਹਿਣਗੀਆਂ। ਪਛਾਣ ਰੱਖਿਓ ਜੇ ਇਹ ਤਪੇ ਜ਼ਰੂਰੀ ਨਹੀਂ ਰੱਬ ਦੀ ਭਗਤੀ ਵਾਲੇ ਹੋਣ, ਇਹੋ ਜਿਹੇ ਵੀ ਹੋ ਸਕਦੇ ਨੇ। ਪਰ ਹੁਣ ਅੱਖ ਖੁੱਲੀ ਰੱਖਣੀ ਪਏਗੀ ਨਾ, ਕਿਉਂ ਜੀ? ਜ਼ਰੂਰੀ ਨਹੀਂ ਨਾ ਕਿ ਚੋਲਾ ਪਾਇਆ 5-7 ਬੰਦੇ ਪਿੱਛੇ ਗੜਵਾ ਤੌਲੀਆ ਲੈ ਕੇ ਲੱਗੇ ਹੋਏ ਵੀ ਇਹ ਬਾਬਾ ਜੀ ਹੋਣਗੇ, ਜ਼ਰੂਰੀ ਨਹੀਂ ਨਾ। ਆ ਵੀ ਤੇ ਹੋ ਸਕਦਾ ਹੈ ਨਾ। ਜ਼ਰੂਰੀ ਨਹੀਂ ਗਾਤਰਾ ਪਾ ਕੇ, ਗਲ 'ਚ ਹਜੂਰੀਆ ਪਾ ਕੇ ਕਥਾ ਕਰਨ ਵਾਲਾ ਕਥਾਵਾਚਕ ਬਹੁਤ ਗੁਰਮਤ ਵਿੱਚ ਰੰਗਿਆ ਹੋਵੇ, ਆ ਵੀ ਹੋ ਸਕਦਾ ਹੈ ਨਾ। ਹੋ ਸਕਦਾ ਹੈ। ਇਹ ਤਸਵੀਰ ਕਿਤੇ ਵੀ ਲੁਕੀ ਹੋਈ ਹੋ ਸਕਦੀ ਹੈ, ਕਿਸੇ ਵੇਲੇ ਵੀ ਪਰਦਾ ਚੁੱਕਿਆ ਜਾ ਸਕਦਾ ਹੈ। ਆਪਾਂ ਸ਼ਲੋਕ ਵੱਲ ਆਈਏ ਜੀ, ਟਾਈਮ ਦੇ ਹਿਸਾਬ ਨਾਲ ਇੱਕ ਵਾਰੀ ਸ਼ਲੋਕ ਦਾ ਆਪਾਂ ਪਾਠ ਦੇਖਦੇ ਹਾਂ। ਕਹਾਣੀ, ਸਾਖੀ, ਘਟਨਾ ਮੈਂ ਤੁਹਾਨੂੰ ਦੱਸਦੀ ਸੰਖੇਪ ਵਿੱਚ। ਸ਼ਲੋਕ ਦਾ ਪਾਠ ਕਰਦਿਆਂ ਧਿਆਨ ਰੱਖਿਓ ਜੀ, ਆਪਣੇ ਆਪ ਸਮਝ ਆਉਂਦਾ ਜਾਏਗਾ। ਹਾਂਜੀ। ਸਮੂਹ ਮਹਿਲਾ ਚੌਥਾ, ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਕਰੇ ਜਜ਼ਮਾਲਿਆ। ਜਜ਼ਮਾਲਿਆ ਦਾ ਅਰਥ ਹੈ ਕੋੜਾ। ਕੋੜਾ, ਇਹ ਕੋੜੀ ਹਰ ਵੇਲੇ ਮਾਇਆ ਨੂੰ, ਤੇ ਮਾਇਆ ਦੀ ਪਰਿਭਾਸ਼ਾ ਅਸੀਂ ਪਹਿਲਾਂ ਦੇਖ ਚੁੱਕੇ ਹਾਂ। ਇਹ ਔਗਣਾ ਬੁਰਾਈਆਂ ਦਾ ਹੀ ਗਾਹਕ ਹੈ, ਇਹੋ ਕੁਛ ਹੀ ਇਕੱਠਾ ਕਰਦਾ ਰਹਿੰਦਾ, ਇਹੋ ਕੁਛ ਹੀ ਇਹ ਵਰਤਾਉਂਦਾ ਹੈ, ਇਹਦੇ ਕੋਲ ਇਹੋ ਕੁਛ ਹੀ ਹੈ, ਇਹਨਾਂ ਚੀਜ਼ਾਂ ਦਾ ਹੀ ਭਰਿਆ ਹੋਇਆ ਹੈ। ਹਾਂਜੀ। ਅੱਗੋਂ ਦੇ ਸੱਤਿਆਂ ਸੱਤੇ ਦੀ ਪਿੱਛਾ ਲਈ ਨਹੀਂ, ਪਿੱਛੋਂ ਦੀ ਪੁੱਛਤਾਏ ਗਏ, ਆਣ ਤਪੈ ਪੁੱਤ ਵਿੱਚ ਬਹਾਲਿਆ। ਪਹਿਲਾਂ ਆਦਰ ਨਾਲ ਸੱਦਿਆ, ਅੱਗੋਂ ਦੇ ਸੱਦਿਆਂ, ਸਤੈ ਦੀ ਭਿੱਖਿਆ ਲੈ ਨਹੀਂ। ਆਦਰ ਮਾਣ ਵਾਲੀ ਬਾਤ ਸਤਿਗੁਰੂ ਨੇ ਕੀਤੀ, ਆਦਰ ਮਾਣ ਵਾਲੇ ਮਸਲੇ ਤੇ ਆਇਆ ਹੀ ਨਹੀਂ, ਆਦਰ ਇਹਨੂੰ ਪਚਿਆ ਹੀ ਨਹੀਂ। ਫਿਰ ਪਛਤਾਵਾ ਹੋਇਆ, ਪਛਤਾਵਾ ਹੋਇਆ ਤੇ ਸਤਿਗੁਰੂ ਕਹਿੰਦੇ ਆਣ ਤਪੈ ਪੁੱਤ ਵਿੱਚ ਬਹਾਲਿਆ। ਹਾਂਜੀ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਹਿ ਗਾਲਿਆ। ਪੰਜ ਲੋਕ ਸਭ, ਪੰਜ ਦਾ ਅਰਥ ਹੈ ਸ਼੍ਰੋਮਣੀ। ਉਹ ਜਿਹੜੇ ਮੁਖੀ ਆ ਤਮਾਸ਼ਾ ਵੇਖ ਕੇ ਹੱਸਣ ਲੱਗ ਪਏ, ਮਜ਼ਾਕ ਕਰਨ ਲੱਗ ਗਏ। ਕੀ? ਤਪਾ ਵਿਚਾਰਾ ਮਾਰਿਆ ਗਿਆ। ਤਪੇ ਦਾ ਅੱਜ ਪਾਜ ਉਗੜਿਆ ਤੇ ਤਪਾ ਤਾਂ ਵਿਚਾਰਾ ਲੋਭ ਦਾ ਗਾਲਿਆ ਹੋਇਆ, ਗਲਿਆ ਹੋਇਆ ਨਿਕਲਿਆ, ਗਲਿਆ ਹੋਇਆ, ਗਾਲਿਆ। ਤਪੇ ਨੂੰ ਤਾਂ ਲੋਭ ਲਹਿਰ ਨੇ ਗਾਲਿਆ ਪਿਆ, ਗਾਲਿਆ, ਪੱਲੇ ਕੱਖ ਨਹੀਂ ਰਿਹਾ ਇਹਦੇ। ਹਾਂਜੀ। ਜਿੱਥੇ ਥੋੜਾ ਤਨ ਮਿੱਠਾ, ਤਿੱਥੇ ਤਪਾ ਪਿੱਟਾ ਨਹੀਂ, ਤਨ ਬਹੁਤਾ ਡਿੱਠਾ, ਬਹੁਤੇ ਡਿੱਠੇ, ਤਨ ਬਹੁਤਾ ਡਿੱਠਾ, ਤਪੈ ਧਰਮ ਹਾਰਿਆ। ਜਿੱਥੇ ਥੋੜਾ ਧਨ ਵੇਖੈ ਬੜੀ ਦੂਰ ਤੱਕ ਗੱਲ ਚਲੇ ਜਾਏਗੀ ਹੈ ਨਾ। ਹੁਣ ਤਾਂ
ਅਸੀਂ ਸ਼ਬਦ ਭਾਵੇਂ ਨਾ ਵੀ ਵਰਤੀਏ, ਸਮਝ ਲੈਣਾ ਚਾਹੀਦਾ। ਸਾਡੇ ਵਰਗੇ ਉੱਥੇ ਨੇੜੇ ਵੀ ਨਹੀਂ ਜਾਂਦੇ। ਨਾ ਪਾਠ ਹੋਏਗਾ, ਨਾ ਕੀਰਤਨ ਹੋਏਗੀ, ਨਾ ਕਥਾ ਹੋਣੀ ਆ। ਜਿੱਥੈ ਥੋੜਾ ਧਨ ਵੇਖੈ, ਤਿੱਥੈ ਤਪਾ ਭਿਟੈ ਨਾਹੀ। ਨੇੜੇ ਵੀ ਨਹੀਂ ਜਾਂਦਾ, ਧਨ ਬਹੁਤ ਹੈ ਡਿਠੈ, ਤਪੈ ਧਰਮ ਹਾਰਿਆ। ਬਾਕੀ ਦੇਖ ਲਿਓ ਜੀ। ਹਾਂਜੀ ਭਾਈ ਇਹ ਤਪਾ ਨਾ ਹੋਈ ਬਗਲਾ ਹੈ, ਵੈ ਸਾਧ ਜਨਾ ਵਿਚਾਰਿਆ। ਇਹ ਸਾਧ ਜਨ ਹੁਣ ਕਦੋਂ ਵਿਚਾਰਨਗੇ? ਅੱਜ ਗੁਰੂ ਰਾਮਦਾਸ ਗੁਰੂ ਸਾਹਿਬ ਸਾਡੇ ਵਿੱਚ ਨੇ ਨਾ, ਉਹ ਬੋਲੋ ਭਾਈ। ਇਹ ਹੁਣ ਕਾਲੀ ਕਾਲੀ ਚ ਪਾਠ ਇਦਾਂ ਇਦਾਂ ਧੌਣ ਘੁਮਾ ਘੁਮਾ ਕੇ ਕਰਨ ਨਾਲ ਤੇ ਨਹੀਂ ਨਾ ਮਸਲਾ ਹੱਲ ਹੋਏਗਾ। ਹੁਣ ਇਹ ਤੁਹਾਨੂੰ ਵੀ ਆਉਂਦਿਆਂ ਜਾਂਦਿਆਂ ਰੋਜ਼ ਦਾ ਔਖਾ ਤਾਂ ਲੱਗਦਾ ਹੋਣਾ। ਵੀਰ ਜੀ ਫੋਨ ਕਰਦੇ ਹੋਣੇ ਆ ਜਾਂ ਮੈਸੇਜ ਆਉਂਦਾ ਹੋਣਾ ਨਾ, ਔਖਾ ਤਾਂ ਲੱਗਦਾ। ਪਰ ਦੇਖੋ ਧਿਆਨ ਨਾਲ ਵੀ ਕਾਲੀ ਵਿੱਚ ਤੇ ਮਸਲਾ ਨਹੀਂ ਨਾ ਹੱਲ ਹੋ ਰਿਹਾ ਹੁਣ। ਇਹ ਤਾਂ ਇਦਾਂ ਹੀ ਸਹਿਜ ਸਹਿਜ, ਭਾਵੇਂ ਘਰ ਪੜ੍ਹ ਲਓ ਤੇ ਭਾਵੇਂ ਇੱਥੇ ਆ ਕੇ ਪੜ੍ਹ ਲਈਏ। ਇਹ ਤਾਂ ਇਦਾਂ ਜਦੋਂ ਸਮਝਣ ਲੱਗਾਂਗੇ ਫੇਰ ਪਤਾ ਲੱਗੇਗਾ ਵੀ ਬਾਣੀ ਸਾਨੂੰ ਕਿੰਨੇ ਵੱਡੇ ਨਿਸ਼ਾਨੇ ਵਾਲੇ ਪਾਸੇ ਪ੍ਰੇਰਦੀ ਆ। ਹਾਂਜੀ ਭਾਈ, ਉੱਤੇ ਲਾਈਨ ਆਈ ਸੀ, ਪੰਚ ਲੋਕ ਸਭ ਹੱਸਣ ਲੱਗੇ। ਪੰਚ ਹੱਸਣ ਲੱਗ ਗਏ। ਹੁਣ ਕਹਿੰਦੇ ਨੇ ਭਾਈ ਇਹ ਤਪਾ ਨਾ ਹੋਵੀ, ਬਗਲਾ ਹੈ। ਕਿੰਨੇ ਕਿਹਾ? ਬੈਸਾਧ ਜਨਾ ਵਿਚਾਰਿਆ। ਤਾਂ ਮੈਂ ਆਮ ਤੌਰ ਤੇ ਵਿਆਖਿਆ ਦੇ ਦੌਰਾਨ, ਸੰਥਿਆ ਦੇ ਦੌਰਾਨ, ਕਲਾਸਾਂ ਦੇ ਦੌਰਾਨ ਇਹ ਗੱਲ ਕਰਦਾ ਹੁੰਨਾ ਕਿ ਇਹ ਪੰਜ ਜਨ ਜਾਂ ਸਾਧ ਜਨ ਕੌਣ? ਭਾਈ ਗੁਰਦਾਸ ਜੀ ਵਰਗੇ ਸਿਆਣੇ, ਬਾਬਾ ਬੁੱਢਾ ਜੀ ਵਰਗੇ, ਬਾਬਾ ਜੇਠਾ ਜੀ ਵਰਗੇ, ਇਹੀ ਸਾਰੇ ਮੇਨ ਸੀ ਨਾ ਉੱਥੇ। ਇਹਨਾਂ ਵਿਚਾਰ ਕੀਤੀ, ਕਹਿੰਦੇ ਆ ਬਾਬਾ ਵਿਚਾਰਾ ਚੰਗਾ ਭਰਮ ਭਾਵ ਬਣਿਆ ਸੀ, ਆ ਲੰਗਰ ਵਾਲੇ ਮਸਲੇ ਤੇ ਮਾਰਿਆ ਗਿਆ। ਹੁਣ ਤੇ ਨੰਗਾ ਚਿੱਟਾ ਮਸਲਾ ਸਾਹਮਣੇ ਆ ਗਿਆ। ਇਹ ਵਿਚਾਰਾ ਸਾਧ ਨਹੀਂ, ਇਹ ਤਾਂ ਹਾਂਜੀ ਬਗਲਾ ਆ। ਤਾਂ ਹੁਣ ਸਾਨੂੰ ਆਪਣੇ ਆਲੇ ਦੁਆਲੇ ਵੀ ਤੇ ਵੇਖਣਾ ਪਊਗਾ ਨਾ। ਤਾਂ ਸਾਡਾ ਇੰਨਾ ਕੁ ਤਾਂ ਮਨ ਮੰਨਦਾ ਵੀ ਅਸੀਂ ਹਰੀ ਰਾਮ ਨੂੰ ਬਗਲਾ ਕਹੀਏ ਵੀ ਇਹ ਬਗਲਾ ਸੀ, ਪਰ ਜਿਨ੍ਹਾਂ ਦੇ ਮਗਰ ਅਸੀਂ ਲੱਗੇ ਹੋਏ ਆ ਸਾਨੂੰ ਉਧਰ ਨੂੰ ਥੋੜਾ ਜਿਹਾ ਡਰ ਲੱਗਦਾ ਵੀ ਜੇ ਬਗਲੇ ਵਾਲੀ ਲਾਈਨ 'ਚ ਸਾਡੇ ਵਾਲਾ ਭਾਈ ਜਾਂ ਬਾਬਾ ਆ ਗਿਆ ਤਾਂ ਫਿਰ ਕੀ ਬਣੇਗਾ? ਉਧਰ ਨੂੰ ਅਸੀਂ ਨਹੀਂ ਜਾਂਦੇ, ਉਧਰ ਨੂੰ ਕਦੀ ਵੀ ਇਦਾਂ ਨਹੀਂ ਵੇਂਦੇ। ਹਾਂ, ਹਰੀ ਰਾਮ ਤਪੇ ਨੂੰ 2 5 7 10 ਵਾਰੀ ਕੋ ਬਗਲਾ ਕਹੋ, ਕੋਈ ਦਿੱਕਤ ਨਹੀਂ। ਪਰ ਰੌਲਾ ਉਦੋਂ ਪੈਂਦਾ ਜਦੋਂ ਅਸੀਂ ਆਪਣੇ ਮੰਨੇ ਹੋਏ ਨੂੰ ਬਗਲਾ ਕਹਿੰਦੇ ਆ, ਫਿਰ ਦਿੱਕਤ ਆਉਂਦੀ ਹੈ। ਨਹੀਂ, ਥੋੜਾ ਵੱਡਾ ਮਨ ਰੱਖੀਏ, ਜੇਰਾ ਰੱਖੀਏ, ਗੁਰੂ ਦੀ ਗੱਲ ਨੂੰ ਵੱਡੇ ਮਨ ਨਾਲ ਸੁਣ ਲਈਏ। ਔਰ ਸਤਿਗੁਰੂ ਕਹਿੰਦੇ ਨੇ ਜ਼ਰੂਰੀ ਨਹੀਂ ਜਿਹੜਾ ਇਦਾਂ ਦੀ ਵੇਸ਼ ਭੂਸ਼ਾ ਵਿੱਚ ਬੈਠਾ ਹੋਇਆ ਉਹ ਮਹਾਤਮਾ ਹੀ ਹੋਵੇ, ਉਹ ਬਗਲਾ ਵੀ ਹੋ ਸਕਦਾ ਹੈ। ਅੱਗੇ ਵਾਰ ਵਡਹੰਸ ਕੀ ਆਏਗੀ ਆਪਾਂ ਫਿਰ ਵੇਖਾਂਗੇ। ਹਾਂਜੀ, ਸਤਿਗੁਰ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੈ। ਏਕ ਦੁਖ ਹੈ ਤਪਾ ਦੇਈ ਮਾਰਿਆ, ਮਹਾਪੁਰਖਾਂ ਕੀ ਨਿੰਦਾ ਕਾਨ ਵੇਖ। ਜੇ ਤਪੇ ਨੂੰ ਫਲ ਲੱਗਾ, ਸਭ ਗਿਆਨ ਤਪੇ ਕਾ ਘਾਲਿਆ। ਬਾਹਰ ਵਹਿ ਪੰਚਾਂ ਵਿੱਚ ਤਪਾ ਸਦਾਏ। ਹਾਂ, ਜਦੋਂ ਮੁਖੀਆਂ 'ਚ ਬਹਿੰਦਾ ਉਦੋਂ ਇਹ ਤਪਾ ਸਦਾਉਂਦਾ। ਬੜੀਆਂ ਰਾਮ ਨਾਮ ਦੀਆਂ ਗੱਲਾਂ ਕਰਦਾ ਹੋਏਗਾ ਨਾ। ਬਾਹਰ ਬਹਿ,
ਪੰਚਾਂ ਵਿੱਚ ਤਪਾ ਸਦਾਏ। ਹਾਂਜੀ, ਅੰਦਰ ਬਹਿ ਤਪਾ ਪਾਕ ਕਮਾਏ। ਅੰਦਰ ਬਹਿ ਤਾਂ ਬੜਾ ਕੁਛ ਹੁਣ ਤਾਂ ਸਾਹਮਣੇ ਆ ਗਿਆ ਹੋਇਆ। ਬਾਹਰ ਸਤਸੰਗ ਕਰਦੇ ਰਹੇ ਤੇ ਅੰਦਰਲੀਆਂ ਕਹਾਣੀਆਂ ਹੋਰ ਦੀਆਂ ਹੋਰ, ਅੱਗੇ ਤੋਂ ਅੱਗੇ ਪਤਾ ਨਹੀਂ ਕਿੰਨੀਆਂ ਕਿਧਰ ਦੀਆਂ ਕਿਧਰ ਜਾ ਨਿਕਲੀਆਂ। ਆ ਦੇਖ ਲਿਓ ਧਿਆਨ ਨਾਲ ਫੇਰ ਇੱਕ ਵਾਰੀ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਹਾਂਜੀ ਤਪਾ ਪਾਪ ਕਮਾਏ। ਕਾਸ਼ ਕਿਤੇ ਅਸੀਂ ਆਪਣੇ ਸਮਾਜ ਦੇ ਲੋਕਾਂ ਦੇ ਤੱਕ ਇਹ ਸ਼ਲੋਕ ਲੈ ਗਏ ਹੁੰਦੇ ਤਾਂ ਸਾਡੇ ਆਲੇ ਦੁਆਲੇ ਆ ਜੋਕਾਂ ਨਾ ਲੱਗਦੀਆਂ ਜਿਨ੍ਹਾਂ ਜੋਕਾਂ ਨੇ ਇੰਨਾ ਨੁਕਸਾਨ ਕੀਤਾ। ਹਾਂਜੀ, ਹਰ ਅੰਦਰਲਾ ਪਾਪ ਪੰਚਾਂ ਨੂੰ ਉਤਾਰ ਕਰ ਵਿਖਾਲਿਆ। ਧਰਮ ਰਾਏ ਜਮ ਕੰਕਰਾਂ ਨਾਕ ਛੱਡਿਆ। ਇਸ ਤਪੇ ਨੂੰ ਜਿੱਥੇ ਖੜ ਪਾਇਓ, ਜਿੱਥੇ ਮਾਂ ਹਤਿਆਰਿਆ। ਫਿਰ ਇਸ ਤਪੇ ਦੇ ਨੂੰ ਕੋਈ ਲੱਗੋ ਨਹੀਂ। ਇਹ ਸਤਿਗੁਰ ਹੈ ਫਿਟਕਾਰਿਆ। ਹਰ ਕੇ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਸੋ ਬੁਝੈ ਜੋ ਦਈ ਸਵਾਰਿਆ। ਬਿਲਕੁਲ ਜੀ। ਫਿਰ ਇਸ ਤਪੈ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਇਹ ਸਤਿਗੁਰੂ ਦਾ ਫਿਟਕਾਰਿਆ, ਹੁਣ ਇਹਦੇ ਮੱਥੇ ਨਾ ਕੋਈ ਲੱਗਿਓ। ਤਾਂ ਇਹ ਫੈਸਲਾ ਕਿਤੇ 14ਵੇਂ 7ਵੇਂ ਅਸਮਾਨ ਤੇ ਜਾ ਕੇ ਨਹੀਂ ਹੋਇਆ, ਗੋਇੰਦਵਾਲ ਹੋਇਆ। ਸਾਡੀ ਇਸੇ ਧਰਤੀ ਤੇ ਹੋਇਆ, ਇਸੇ ਪੰਜਾਬ 'ਚ ਹੋਇਆ। ਮਹਾਰਾਜ ਕਿਰਪਾ ਕਰਨ। ਘਟਨਾ ਗੋਇੰਦਵਾਲ ਵਾਪਰੀ। ਤਪੇ ਦਾ ਪਾਜ ਗੋਇੰਦਵਾਲ ਉਗੜਿਆ ਤੇ ਅਖੀਰਲੀ ਲਾਈਨ 'ਚ ਸਤਿਗੁਰੂ ਦੇ ਦੇਖਿਓ ਵਾਕ, ਹਰ ਕੈ ਦਰ ਵਰਤਿਆ। ਹਰ ਕੈ ਦਰ, ਜੋ ਹਰੀ ਦੇ ਦਰ ਤੇ ਵਰਤਿਆ। ਘਟਨਾ ਤਾਂ ਗੋਇੰਦਵਾਲ ਵਾਪਰੀ ਹੈ। ਇਹਦਾ ਮਤਲਬ ਸਪਸ਼ਟ ਹੋ ਗਿਆ, ਰੱਬ ਸਾਡੇ ਤੋਂ ਉੱਤੇ ਕਿਤੇ ਵੱਖਰਾ ਦੂਰ ਅਸਮਾਨ ਤੇ ਨਹੀਂ ਰਹਿੰਦਾ। ਰੱਬ ਤਾਂ ਸਾਡੇ ਵਿੱਚ ਹੈ, ਸਾਡੇ ਤੋਂ ਦੂਰ ਨਹੀਂ। ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ। ਸੋ ਬੂਝੈ ਜੋ ਦਈ ਸਵਾਰਿਆ। ਅੱਜ ਦਾ ਸਮਾਂ ਆਪਣਾ ਇੱਥੇ ਹੀ ਸਮਾਪਤ ਹੈ ਜੀ। ਆਖਰੀ ਲਾਈਨ ਪੜ੍ਹ ਕੇ ਆਪਾਂ ਇੱਥੇ ਹੀ ਸਮਾਪਤੀ ਕਰ ਦਿੰਦੇ ਹਾਂ। ਹਰ ਕੈ ਦਰ ਵਰਤਿਆ